गुरु जी जग भ्रातन की शरदा लख कर भये प्रसन्न बिलंद कृपाल। ਦੋਨਾਂ ਭਰਾਵਾਂ ਦੀ ਸ਼ਰਧਾ ਨੂੰ, ਬੇਨਤੀ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੇਖਦਿਆਂ ਹੋਇਆਂ ਕਿ ਭਾਈ ਜੋਧ ਰਾਏ ਨੇ ਤੇ ਭਾਈ ਸਲੀਮ ਸ਼ਾਹ ਨੇ ਬੇਨਤੀ ਕੀਤੀ ਹੈ। ਕਿਰਪਾਲੂ ਸਤਿਗੁਰੂ ਬੜੇ ਪ੍ਰਸੰਨ ਹੋਏ ਹਨ। चलै तुम्हारे पुर एक बारे रहें कितक दिन मिलन विसाल। ਸਤਿਗੁਰੂ ਕਹਿੰਦੇ ਇੱਕ ਵਾਰੀ ਤੁਹਾਡੇ ਨਗਰ ਵਿੱਚ ਜ਼ਰੂਰ ਜਾਵਾਂਗੇ ਤੇ ਕੁਝ ਦਿਨ ਉੱਥੇ ਰਹਿਣਾ ਕਰਾਂਗੇ। तिम कह गमन कीन तिन केरा बसे तहाँ जो जामन टाल। ਗਰੀਬ ਨਿਵਾਸ ਸਤਿਗੁਰੂ ਜੀ ਨੇ ਤਿੰਨਾਂ ਨੂੰ ਅੱਗੇ ਭੇਜਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹ ਰਾਤ ਗੁਰੂ ਸਰ ਦੀ ਧਰਤੀ ਤੇ ਰਹਿਣਾ ਕੀਤੇ। रात भये ते दुंदप बाज्यो परे हैन पर जीन उतार। ਸਵੇਰ ਹੋਈ ਹੈ, ਗੁਰੂ ਕੇ ਹੁਕਮ ਦੇ ਅਨੁਸਾਰ ਧੌਂਸੇ ਵੱਜੇ ਨੇ, ਕੂਜ ਦਾ ਨਗਾਰਾ ਵੱਜਿਆ ਹੈ। ਸਾਰੇ ਗੁਰੂ ਕੇ ਦਲ ਨੇ ਘੋੜਿਆਂ ਤੇ ਕਾਠੀਆਂ ਪਾਈਆਂ, ਤਿਆਰੀਆਂ ਕੀਤੀਆਂ ਹਨ। रंग जान भाई पर सुंदर स्वर्ण जटत जीन तब पाए। ਤੇ ਗੁਰੂ ਕਾ ਦੂਸਰਾ ਘੋੜਾ ਜਾਨ ਭਾਈ, ਤਿਸ ਦੇ ਉੱਪਰ ਬਹੁਤ ਸੁੰਦਰ ਸੋਨੇ ਦੇ ਨਾਲ, ਹੀਰਿਆਂ ਦੇ ਨਾਲ ਜੜਤ ਜਿਹੜੀ ਕਾਠੀ ਹੈ ਉਹ ਪਾਉਣਾ ਕੀਤੇ। सब भूखन पहरावन कीने करियो श्रृंगार नोचन बनाए। ਸਾਰੇ ਗਹਿਣੇ ਪਹਿਰਾਏ ਨੇ, ਬੜਾ ਸੁੰਦਰ ਸ਼ਿੰਗਾਰਿਆ ਹੈ। श्री हर गोविंद वस्त्र शस्त्र शुभ सजित विभूखन तन समुदाय। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਵੀ ਸ਼ਸਤਰਾਂ ਵਸਤਰਾਂ ਦੇ ਵਿੱਚ ਤਿਆਰ ਬਰ ਤਿਆਰ ਹੋਏ ਹਨ। भय अरूडन गमन कीन तब चढ़ी बाहनी गंध पवाए। ਗੁਰੂ ਪਾਤਸ਼ਾਹ ਮਹਾਰਾਜ ਜਾਨ ਭਾਈ ਘੋੜੇ ਤੇ ਸਵਾਰ ਹੋ ਕਰਕੇ ਚੱਲਣਾ ਕੀਤਾ ਹੈ। ਸਾਰੀ ਸੈਨਾ ਗੁਰੂ ਕਾ ਦਲ ਵੀ ਚੱਲਿਆ ਹੈ। ਬੜਾ ਸੁੰਦਰ ਨਗਾਰਾ ਵੱਜ ਰਿਹਾ ਹੈ। रामन थाना हतो निकट ही रसम कालू नाथ कहा हन। ਇਸ ਗੁਰੂ ਸਰ ਦੀ ਧਰਤੀ ਤੋਂ ਪਾਸ ਹੀ ਨਗਰ ਸੀ ਨਿਥਾਣਾ। ਇਸ ਨਿਥਾਣੇ ਨਗਰ ਦਾ ਰਹਿਣ ਵਾਲਾ ਕਾਲੂ ਨਾਥ ਹੈ। एक नर पठियो कहियो श्री सतगुर तिसको परखो जाए ਤੇ एकांत। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇੱਕ ਸੇਵਕ ਨੂੰ ਭੇਜਿਆ, ਕਹਿਣ ਲੱਗੇ ਕਿ ਜਾਓ ਤਿਸ ਕਾਲੂ ਨਾਥ ਨੂੰ ਇਕਾਂਤ ਵੇਖ ਕਰਕੇ ਪਰਖਣਾ ਕਰੋ। हमारी स्वत देहो वहर सिवर होए मिले आन ए लखो मतंत। ਤੇ ਫਿਰ ਸਾਡੀ ਖਬਰ ਦੇਣਾ ਕਰੀ ਵੀ ਬਾਹਰ ਅਸੀਂ ਡੇਰਾ ਕੀਤਾ ਹੋਇਆ ਹੈ ਤੇ ਸਾਡੇ ਵੱਲੋਂ ਕਈ ਵੀ ਤੈਨੂੰ ਸਤਿਗੁਰੂ ਮਿਲਣਾ ਚਾਹੁੰਦੇ ਹਨ। सुन गमनिया गौर तेस पूर्व हृदय मनोरथ कोचित ਤੇ बंत। ਗੁਰੂ ਕਾ ਸੇਵਕ ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਤਿਸ ਦੀ ਪਰਖ ਦੀ ਵਿਚਾਰ ਕਰਦਿਆਂ ਹੋਇਆਂ ਜਾਣਾ ਕੀਤਾ। तेनु गौर दूध को दोय कर मोहे करावे पांज ਤੇ लियाए। ਵਿਚਾਰ ਕੀ ਕੀਤੀ ਹੈ ਪਰਖ ਕਰਨ ਵਾਸਤੇ, ਕਹਿਣ ਲੱਗਾ ਵੀ ਗੋਰੇ ਰੰਗ ਦੀ ਕੋਈ ਗਾਂ ਹੋਵੇ, ਉਸ ਗੋਰੇ ਰੰਗ ਦੀ ਗਾਂ ਜਿਹੜੀ ਹੈ ਉਹਦਾ ਦੁੱਧ ਮੈਨੂੰ ਪਿਆਵੇ ਨਾ ਕਾਲੂ ਨਾਥ, ਤੇ ਫਿਰ ਮੈਂ ਮੰਨਾਂ ਵੀ ਵਾਕਿਆ ਹੀ ਇਹ ਕੁਝ ਤਾਕਤ ਵਾਲਾ ਹੈ, ਕੁਝ ਸਮਰੱਥਾ ਰੱਖਦਾ ਹੈ, ਇਹ ਕੋਈ ਭਗਤੀ ਭਾਵ ਵਾਲਾ ਜੀਵ ਹੈ। ਇਹ ਗੁਰੂ ਕੇ ਸੇਵਕ ਨੇ ਜਾਂਦਿਆਂ ਹੋਇਆਂ ਇਹ ਗੱਲ ਮਨ ਵਿੱਚ ਵਿਚਾਰੀ ਹੈ ਕਾਲੂ ਨਾਥ ਦੀ ਪਰਖ ਕਰਨ ਵਾਸਤੇ। तो अजमत जुत नाथ पछान पहुंचो निकट चितो इस पाए। ਜੇਕਰ ਮੇਰੇ ਅੰਦਰ ਦੀ ਇਹ ਗੱਲ ਨੂੰ ਸਮਝ ਲਏ, ਜਾਣ ਲਏ, ਤੇ ਤਦ ਮੈਂ ਜਾਣਾਂਗਾ ਵੀ ਇਹ ਕੁਝ ਅਜਮਤ ਦੇ ਸਹਿਤ ਹੈ। ਇਵੇਂ ਵਿਚਾਰਦਿਆਂ ਹੋਇਆ ਜਾਣਾ ਕੀਤਾ। मिलियो जाए कर बंधन बैठ्यो तब कालू और मैं लख पाए। ਇਹਨੇ ਨੂੰ ਜਾਂਦਾ ਹੋਇਆ ਕਾਲੂ ਨਾਥ ਦੇ ਡੇਰੇ ਦੇ ਵਿੱਚ ਪਹੁੰਚਿਆ ਹੈ। ਜਾ ਕੇ ਨਮਸਕਾਰ ਕੀਤੀ ਹੈ ਤੇ ਇਸ ਕਾਲੂ ਨਾਥ ਨੇ ਇਸ ਸੇਵਕ ਦੇ ਭਾਵਨਾ ਨੂੰ ਜਾਣਨਾ ਕੀਤਾ। कर सन्मान बूझ गुर गाथा जथा तुर्क कमसान मचाए। ਸਨਮਾਨ ਕੀਤਾ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗਾਥਾ ਪੁੱਛੀ ਹੈ। ਜਿਵੇਂ ਇਹ ਗੁਰੂ ਸਰ ਦੀ ਜੰਗ ਹੋਈ ਹੈ, ਇਹ ਗੁਰੂ ਕੇ ਸੇਵਕ ਦੇ ਨਾਲ ਬਚਨ ਸਾਂਝੇ ਕੀਤੇ। कौन उठ गौर वर्ण की सुरभि तेह दिखाए कर दोहन की। ਤੇ ਫਿਰ ਇਸੇ ਕਾਲੂ ਨਾਥ ਨੇ ਉੱਠ ਕੇ ਤੇ ਚਿੱਟੇ ਰੰਗ ਦੀ ਗਊ ਜਿਹੜੀ ਇਹ ਸੇਵਕ ਨੂੰ ਦਿਖਾ ਕੇ ਸਾਹਮਣੇ ਉਹਨੂੰ ਚੋਣਾ ਆਰੰਭ ਕੀਤਾ ਹੈ। ਕਿਉਂਕਿ ਜਿਹੜੀ ਕਾਮਨਾ ਭਾਵਨਾ ਅੰਦਰ ਬਣਾ ਕੇ ਆਇਆ ਸੀ ਵੀ ਜੇਕਰ ਚਿੱਟੀ ਗਊ ਦਾ ਦੁੱਧ ਪਿਆਵੇ ਤੇ ਫਿਰ ਮੈਂ ਮੰਨਾਂਗਾ ਵੀ ਵਾਕਿਆ ਕੋਈ ਸ਼ਕਤੀ ਵਾਲਾ ਅਜਮਤ ਵਾਲਾ ਹੈ।
ਤੇ ਕਾਲੂ ਨਾਥ ਨੇ ਉਸ ਸਮੇਂ ਦੇ ਵਿੱਚ ਚਿੱਟੀ ਗਊ ਦਿਖਾ ਕਰਕੇ ਚੋਣਾਂ ਕੀਤੀ। ਤਪਤ ਖਾਨ ਤਬ ਪਾਨ ਕਰਨ ਕੋਸ਼ੇ ਸਤਗੁਰ ਨਰਕੋ ਦੀਨ। ਉਹ ਦੁੱਧ ਚੋ ਕਰਕੇ ਗਊ ਦਾ ਗਰਮ ਕੀਤਾ ਹੈ, ਗਰਮ ਦੁੱਧ ਕਰਕੇ ਤੇ ਇਸ ਗੁਰੂ ਕੇ ਸੇਵਕ ਨੂੰ ਬੜੀ ਭਾਵਨਾ ਦੇ ਨਾਲ ਛਕਾਉਣਾ ਕੀਤਾ। ਤ੍ਰਿਪਤ ਹੋਏ ਕਰ ਜਨ ਮਨ ਮੈਂ ਕਾਲੂ ਕਰਾ ਮਾਤ ਮੈਂ ਪੀ। ਤੇ ਜਦੋਂ ਦੁੱਧ ਪੀ ਕੇ ਤ੍ਰਿਪਤ ਹੋਇਆ ਤੇ ਜਾਣਿਆ ਵੀ ਕਾਲੂ ਨਾਥ ਜਿਹੜਾ ਹੈ ਨਾ, ਇਹ ਬੜਾ ਅਜ਼ਮਤ ਵਾਲਾ ਹੈ, ਇਹਦੇ ਕੋਲ ਕੁਝ ਸਮਰੱਥਾ, ਕੁਝ ਤਾਕਤ ਹੈ, ਇਹਨੇ ਕੋਈ ਭਗਤੀ ਭਾਵ ਦੇ ਵਿੱਚ ਜੁੜ ਕਰਕੇ ਸਾਧਨਾ ਕੀਤੀ ਹੋਈ ਹੈ, ਜਿਹਦੇ ਸਦਕਾ ਮੇਰੇ ਅੰਦਰ ਦੀ ਭਾਵਨਾ ਜਿਹੜੀ, ਅੰਦਰ ਦੀ ਗੱਲ ਜਿਹੜੀ ਬੁੱਝ ਲੈਣਾ ਕੀਤੀ। ਸ਼੍ਰੀ ਹਰਿ ਗੋਬਿੰਦ ਕੋ ਗਾ ਆਗਮਨ ਕਰਿਓ ਸੁਨਾਮ ਸਮਤ ਪ੍ਰਵੀਨ। ਤੇ ਫਿਰ ਬੜੇ ਪਿਆਰ ਦੇ ਨਾਲ ਕਾਲੂ ਨਾਥ ਨੂੰ ਕਿਹਾ, ਕਹਿਣ ਲੱਗੇ, ਨਾਥ ਜੀ, ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਇੱਧਰ ਆ ਰਹੇ ਹਨ। ਨਮੋ ਕੀਏ ਪੁਰ ਤੇ ਜਬ ਨਿਕਸਿਓ ਇਤਨੇ ਵਿਖੇ ਗੁਰੂ ਚਲ ਆਏ। ਤੇ ਜਦੋਂ ਹੁਣ ਕਾਲੂ ਨਾਥ ਨੂੰ ਖਬਰ ਦੇ ਕਰਕੇ ਨਮਸਕਾਰ ਕਰਕੇ ਬਾਹਰ ਨਿਕਲਿਆ, ਇੰਨੇ ਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਵੀ ਪਹੁੰਚ ਜਾਣਾ ਕੀਤੇ। ਬਿੰਦ ਤੁਰੰਗਮ ਕੀ ਸਭ ਸੈਨਾ ਜੋਧ ਸਮੇਤ ਸਬਟ ਸਮਦਾਏ। ਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਆਪਣੇ ਸਾਰੇ ਦਲ ਦੇ ਸਹਿਤ ਭਾਈ ਜੋਧ ਰਾਏ ਦੇ ਸਹਿਤ ਤਿਸ ਨਗਰ ਦੇ ਬਾਹਰ ਪਹੁੰਚੇ ਹਨ। ਜੀਤੇ ਜੰਗ ਆਨੰਦ ਅਮੰਗਤ ਆਵਤ ਦੁੰਦਪ ਸ਼ਬਦ ਉਠਾਏ। ਜੰਗ ਜਿੱਤ ਕੇ ਆਏ ਨੇ, ਬੜੇ ਹੀ ਆਨੰਦਿਤ ਨੇ ਸਾਰੇ, ਬਹੁਤ ਸੁੰਦਰ ਨਗਾਰੇ ਵੱਜ ਰਹੇ ਹਨ। ਧੂਲ ਆਕਾਸ਼ ਚੜਤ ਤਿਤ ਦਿਸ਼ ਮਹਿ ਤਰਨ ਪ੍ਰਕਾਸ਼ ਢੰਪ ਤੋ ਜਾਏ। ਤੇ ਇਹ ਦਲ ਆਉਂਦਿਆਂ ਹੋਇਆਂ ਦੇ ਨਾਲ ਧੂਲ ਉੱਡਦੀ ਪਈ ਹੈ, ਤੇ ਉਹ ਧੂਲ ਉੱਡ ਕੇ ਮਾਨੋ ਕਿ ਜਿਵੇਂ ਆਕਾਸ਼ ਦੇ ਵਿੱਚ ਚੜ ਕੇ ਸੂਰਜ ਦੇ ਪ੍ਰਕਾਸ਼ ਨੂੰ ਵੀ ਉਹਨੇ ਮੱਧਮ ਪਾ ਦਿੱਤਾ ਹੈ। ਸੁੰਦਰ ਥਲ ਬਿਲੋਕ ਜਲ ਕਲ ਕੋ ਕਰਿਓ ਨਿਵੇਸ਼ ਗੁਰੂ ਜਗ ਰਾਏ। ਜਗਤ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸੋਹਣਾ ਅਸਥਾਨ ਦੇਖਿਆ ਹੈ, ਜਿੱਥੇ ਜਲ ਦਾ ਪ੍ਰਬੰਧ ਵੀ ਹੈ, ਜਿੱਥੇ ਸੋਹਣੀ ਜਗ੍ਹਾ ਵੀ ਹੈ, ਤੇ ਇਸ ਸਥਾਨ ਤੇ ਉਤਾਰਾ ਕੀਤਾ ਹੈ। ਤੇਰੀ ਜਤ ਵਿਸਤਾਰ ਬਾਹਨੇ ਨਿਜ ਨਿਜ ਮਿਸਲ ਮਿਲੇ ਸਭ ਆਏ। ਤੇ ਸਾਰਾ ਗੁਰੂ ਦਾ ਦਲ ਉਤਰਿਆ ਤੇ ਆਪੋ ਆਪਣੀ ਮਿਸਲ ਦੇ ਵਿੱਚ ਆ ਕਰਕੇ ਮਿਲੇ। ਮਿਸਲ ਦਾ ਭਾਵ ਹੁੰਦਾ ਜੀ ਜਥਾ। ਇਹ ਜਥੇ ਬਣੇ ਹੋਏ ਸੀ, ਜਿਵੇਂ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਜਥਾ, ਜਿਵੇਂ ਭਾਈ ਜੇਠਾ ਜੀ ਦਾ ਜਥਾ, ਇਸ ਤਰ੍ਹਾਂ ਅਲੱਗ-ਅਲੱਗ ਜਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਣਾਏ ਹੋਏ ਸਨ। ਤੇ ਇਹ ਜਥੇ ਜਿਹੜੇ ਸੀ ਸਹਿ ਦੇ ਨਾਲ ਫਿਰ ਕਿਧਰੇ ਇਲਾਕਿਆਂ ਦਾ ਇਹਨਾਂ ਕੋਲ ਪ੍ਰਬੰਧ ਬਣਦਾ ਗਿਆ, ਜਿਹਨੂੰ ਅਸੀਂ 12 ਮਿਸਲਾਂ ਦੇ ਵਿੱਚ ਅਗਾਂਹ ਜਾ ਕਰਕੇ ਫਿਰ ਅਸੀਂ ਉਹ ਇਤਿਹਾਸ ਆਪਣਾ ਵਿਚਾਰਦੇ ਪੜ੍ਹਦੇ ਹਾਂ। ਤੇ ਮਿਸਲ ਦਾ ਅਰਥ ਹੁੰਦਾ ਜੀ ਜਥਾ। ਇਹ ਜਥੇਬੰਦੀ ਜਿਹੜੀ ਗੁਰੂ ਬਾਬੇ ਦੇ ਘਰ ਵਿੱਚ ਆਰੰਭ ਹੋਈ ਸੀ, ਉਹ ਜਿਵੇਂ ਜਿਵੇਂ ਸੈਨਾ ਦਲ ਗੁਰੂ ਕਾ ਉਤਰਿਆ ਤੇ ਉਤਰ ਕਰਕੇ ਆਪੋ ਆਪਣੇ ਜਥੇ ਵਿੱਚ ਮਿਸਲਾਂ ਦੇ ਵਿੱਚ ਆ ਕਰਕੇ ਮਿਲਣਾ ਕੀਤੇ। ਦੀਨ ਉਤਾਰ ਸ਼ਸਤਰ ਭਟ ਧਰ ਕਰ ਹੋਤ ਭਰੇਖਾ ਹੈਨ ਲਗਾਏ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸੇਵਕ ਜਿਹੜੇ ਨੇ ਜਦੋਂ ਡੇਰਾ ਕੀਤਾ ਹੈ, ਬਹੁਤ ਸਾਰੇ ਗੁਰੂ ਕੇ ਦਲ ਦੇ ਘੋੜੇ ਨੇ, ਉਹਨਾਂ ਦੇ ਹਣਕਣ ਦੀ ਆਵਾਜ਼ ਹੋ ਰਹੀ ਹੈ। ਖਾਨ ਪਾਨ ਕੋ ਕਰੇ ਜਥਾ ਰੁਚ ਵਿਸਰਾਮੇ ਜੋਧਾ ਸਮੁਦਾਏ। ਖਾਨ ਪਾਨ ਕੀਤਾ ਹੈ, ਗੁਰੂ ਕੇ ਯੋਧਿਆਂ ਸੂਰਮਿਆਂ ਨੇ ਵਿਸਰਾਮ ਕੀਤਾ ਹੈ। ਸ਼੍ਰੀ ਹਰਗੋਬਿੰਦ ਅਸਨ ਅਚਵ ਕਰ ਠਾਨ ਦੁਪਹਿਰੇ ਮਹਿ ਵਿਸਰਾਮ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਖਾਨ ਪਾਨ ਕਰਕੇ ਦੁਪਹਿਰੇ ਦਾ ਕੁਝ ਵਿਸਰਾਮ ਕੀਤਾ ਹੈ। ਸਵਾ ਜਾਮ ਦਿਨ ਰਹੇ ਉੱਠੇ ਜਬ ਭਏ ਸੁਚੇਤ ਗੁਰੂ ਅਭਿਰਾਮ। ਤੇ ਜਦੋਂ ਸਵਾ ਪਹਿਰ ਦਿਨ ਰਹਿਣ ਤੇ ਗੁਰੂ ਪਾਤਸ਼ਾਹ ਜੀ ਵਿਸਰਾਮ ਤੋਂ ਉੱਠੇ ਨੇ, ਸੁਚੇਤ ਹੋਏ ਹਨ। ਸੁੰਦਰ ਫਰਸ਼ ਅਨੇਕ ਵਰਨ ਕੇ ਦਸੇ ਮਖਮਲੀ ਤੀਹ ਤਮਾ। ਬਹੁਤ ਸੁੰਦਰ ਫਰਸ਼ ਇਤਿਆਦ ਗੁਰੂ ਕੇ ਸਿੱਖਾਂ ਨੇ ਵਿਛਾਏ, ਤਿਆਰੀ ਕੀਤੀ ਜੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦੀਵਾਨ ਦਾ ਸਭਾ ਦਾ ਸਮਾਂ ਹੋਇਆ ਹੈ। ਚਾਰ ਓਜਸ ਸ਼ੋਰ ਜਰੀ ਕੇ ਮੁਕਤਾ ਜਟਤ ਅਜਹਾਂ ਜਬ ਸਤਾ। ਬਹੁਤ ਸੁੰਦਰ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਆਸਣ ਲਾਇਆ ਹੈ, ਸੋਹਣੀ ਸੋਭਾ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਭਾ ਦੀ। ਅਸ ਗਾਦੀ ਡਸ ਰੁਚਰ ਫਰਸ਼ ਪਰ ਉਪਾਧਾਨ ਧੀਰਗ ਧਰਦੀ। ਸਾਰੀ ਸੁੰਦਰ ਵਿਛਾਈ ਕਰਕੇ ਉੱਪਰ ਸੁੰਦਰ ਜਿਹੜਾ ਤਖਤ ਲਾਇਆ ਹੈ, ਤਿਸ ਦੇ ਉੱਪਰ ਬਹੁਤ ਸੋਹਣੇ ਬਸਤਰ ਵਿਛਾਏ ਹਨ। ਲਰਕਤ ਦੋ ਦਿਸ਼ ਮੁਕਤਾ ਗੁੱਛਣ ਬਹੁਤ ਮੋਲ ਤੇ ਰਚਿਓ ਨਵੀਂ। ਤੇ ਦੋਨੇ ਪਾਸੇ ਨਾ ਮੋਤੀਆਂ ਦੇ ਗੁੱਛੇ ਲਟਕਦੇ ਪਏ ਨੇ, ਬੜੇ ਕੀਮਤੀ ਨੇ, ਬੜੇ ਮੁੱਲ ਦੇ ਮੋਤੀ ਨੇ, ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤਖਤ ਦੇ ਨਾਲ ਸ਼ੋਭਾ ਪਾ ਰਹੇ ਨੇ, ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚੰਦੋਏ ਦੇ ਨਾਲ ਸ਼ੋਭਾ ਪਾ ਰਹੇ ਨੇ।
ਇਹ ਸੋਹਣੀ ਸਾਰੀ ਤਿਆਰੀ ਗੁਰੂ ਕੇ ਸਿੱਖਾਂ ਨੇ ਕੀਤੀ ਹੈ। ਬੈਠ ਬਿਰਾਜਤ ਪੇਸ਼ੀ ਸਤਗੁਰ ਚਮਰ ਦਾਇ ਤਬ ਚਾਵਰ ਕੀ। ਐਸੇ ਸੁੰਦਰ ਅਸਥਾਨ ਤੇ ਸੋਹਣੇ ਆਸਣ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਬਿਰਾਜਮਾਨ ਨੇ ਤੇ ਗੁਰੂ ਕਾ ਚੌਰ ਬਰਦਾਰ ਸਾਹਿਬਾਂ ਦੇ ਪਾਵਨ ਸੀਸ ਤੇ ਚੌਰ ਝੁਲਾ ਰਿਹਾ ਹੈ। ਗਾਵਣ ਲੱਗੇ ਰਬਾਬੀ ਰਾਗਨ ਸ੍ਰੀ ਗੁਰ ਸ਼ਬਦ ਸ਼ਾਂਤ ਰਸ ਪੀਨ। ਗੁਰੂ ਕੇ ਰਬਾਬੀਆਂ ਨੇ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਆਰੰਭ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਬਹੁਤ ਸ਼ਬਦ ਰਸ ਦੇ ਅੰਦਰ ਸ਼ਾਂਤ ਰਸ ਦੇ ਵਿੱਚ ਭਿੱਜੇ ਹੋਏ ਹਨ। ਸਿੱਖ ਜੋਤ ਦਾਗਨ ਹੁਜੋਤ ਸਹਿਤ ਮਿਲ ਦਰਸੈ ਨਮੋ ਕਰੇ ਸਮੁਦਾਇ। ਗੁਰੂ ਕੇ ਸਿੱਖ ਯੋਧੇ ਭਾਈ ਜੋਧ ਜੀ ਦੇ ਸਹਿਤ ਸਾਰੇ ਗੁਰੂ ਕੇ ਦਰਸ਼ਨ ਕਰ ਰਹੇ ਹਨ। ਜਥਾ ਉਚਿਤ ਕਰ ਸਭਾ ਸ ਬੈਠੇ ਸ੍ਰੀ ਹਰਗੋਬਿੰਦ ਬੀਚ ਸੁਹਾਏ। ਤੇ ਜਥਾ ਯੋਗ ਉਚਿਤ ਕਰਦਿਆਂ ਹੋਇਆਂ ਸਭਾ ਦੇ ਵਿੱਚ ਬੈਠੇ ਨੇ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨਾਲ ਸਾਰਿਆਂ ਦੇ ਵਿੱਚ ਸੋਭਾ ਪਾ ਰਹੇ ਹਨ। ਮਨੋ ਸੁਰਨ ਮੈਂ ਸਰਪਤ ਦੁਦਮਤ ਕਦੋਂ ਬਿਸ਼ਨ ਅਵਨੀ ਪਰ ਆਏ। ਭਾਈ ਸਾਹਿਬ ਜੀ ਉਦਾਹਰਨ ਦਿੰਦੇ ਨੇ ਕਿ ਮੰਨੋ ਕਿ ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਜਿਹੜੀ ਸਭਾ ਲੱਗੀ ਹੈ, ਇਹ ਸਾਰੀ ਸਭਾ ਦੇ ਵਿੱਚ ਮੰਨੋ ਕਿ ਜਿਵੇਂ ਦੇਵਤਿਆਂ ਦੇ ਵਿੱਚ ਦੇਵਤਿਆਂ ਦਾ ਰਾਜਾ ਇੰਦਰ ਸੋਭਾ ਪਾ ਰਿਹਾ ਹੋਵੇ, ਜਾਂ ਮੰਨੋ ਕਿ ਜਿਵੇਂ ਵਿਸ਼ਨੂੰ ਹੀ ਧਰਤੀ ਤੇ ਉਤਰ ਆਇਆ ਹੋਵੇ, ਇਵੇਂ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਭਾ ਦੀ ਸੋਭਾ ਹੈ। ਸੰਗਤ ਸਕਲ ਗ੍ਰਾਮ ਕੀ ਆਇਵ ਅਨਕ ਅਕੋਰਨ ਕੋ ਅਰਪਾਏ। ਜਿਵੇਂ ਜਿਵੇਂ ਇਸ ਨਥਾਣੇ ਨਗਰ ਦੀ ਸੰਗਤ ਨੂੰ ਪਤਾ ਲੱਗਾ, ਗੁਰੂ ਕੀ ਸੰਗਤ ਵੀ ਭੇਟਾਵਾਂ ਲਿਆ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਅਰਪਣ ਕਰ ਰਹੇ ਨੇ, ਗੁਰੂ ਕੇ ਦਰਸ਼ਨ ਕਰ ਰਹੇ ਹਨ। ਜੰਗ ਜੀਤ ਕਰ ਸਤਗੁਰ ਆਏ ਕਰੇ ਪਰਸਪਰ ਗਾਨਰ ਨਾਰ। ਇਸਤਰੀਆਂ ਤੇ ਪੁਰਖ ਆਪਸ ਦੇ ਵਿੱਚ ਮਿਲ ਕੇ ਕਹਿ ਰਹੇ ਨੇ ਕਿ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਜੰਗ ਜਿੱਤ ਕੇ ਆਏ ਹਨ। ਚੌਪ ਗਤ ਚਿਤ ਦਰਸ਼ਨ ਦਰਸਹਿ ਧੰਨ ਧੰਨ ਪ੍ਰਭ ਗੁਰ ਜੈਕਾਰ। ਬੜੇ ਚਾਵਾਂ ਦੇ ਨਾਲ ਗੁਰੂ ਕੇ ਦਰਸ਼ਨ ਕਰਦੇ ਨੇ ਤੇ ਨਾਲੇ ਆਖਦੇ ਨੇ ਧੰਨ ਸਤਿਗੁਰੂ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਹਨ। ਸੁਣ ਕਾਲੂ ਆ ਗਵਨ ਗੁਰੂ ਕੋ ਦਵੈਕਟ ਦੁਗਤ ਲਿਏ ਕਰ ਤਿਆਰ। ਤੇ ਕਾਲੂ ਨਾਥ ਨੇ ਜਦੋਂ ਸੁਣਿਆ ਕਿ ਸਤਿਗੁਰੂ ਜੀ ਆ ਗਏ ਨੇ, ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਆਗਮਨ ਨੂੰ ਸੁਣ ਕੇ ਨੇ ਦੋ ਵੱਡੇ ਘੜੇ ਲਏ ਨੇ, ਉਹਨਾਂ ਦੇ ਵਿੱਚ ਦੁੱਧ ਭਰਨਾ ਕੀਤਾ। ਇੱਕ ਬਾਲਕ ਕੇ ਸਿਰ ਧਰ ਲਾ ਲਿਆਇਓ ਇੱਕ ਉਠਾਏ ਆਪ ਕਰ ਧਾਰ। ਤੇ ਇੱਕ ਉੱਥੇ ਡੇਰੇ ਦੇ ਵਿੱਚ ਬਾਲਕ ਸੀ ਜੀ, ਇੱਕ ਘੜਾ ਜਿਹੜਾ ਉਹ ਬਾਲਕ ਦੇ ਸਿਰ ਤੇ ਚੁਕਾ ਲਿਆ। ਇੱਕ ਘੜਾ ਇਹਨੇ ਦੁੱਧ ਦਾ ਭਰਿਆ ਹੋਇਆ ਆਪ ਚੁੱਕ ਲੈਣਾ ਕੀਤਾ। ਆਨ ਗੁਰੂ ਪਗ ਮਸਤਕ ਟੇਕਿਓ ਬੈਠਿਓ ਨਿਕਟ ਦੂਰ ਕਰ ਹਜੋਰ ਕਰ ਹਾਥ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਭਾ ਵਿੱਚ ਆਇਆ, ਗੁਰੂ ਮਾਲਕ ਦੇ ਪਾਸ ਆ ਕਰਕੇ ਉਹ ਦੁੱਧ ਦੇ ਘੜੇ ਜਿਹੜੇ ਸੀ ਸਿੱਖਾਂ ਨੂੰ ਫੜਾਏ ਜੀ ਗੁਰੂ ਭੇਟਾ ਵਾਸਤੇ। ਤੇ ਆਪ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਨਾ ਕੀਤੇ। ਸ਼੍ਰੀ ਹਰਗੋਬਿੰਦ ਕਿਰਪਾ ਦ੍ਰਿਸ਼ਟ ਤੇ ਦੇਖਤ ਕਰਿਓ ਵਾਕ ਤੇ ਸਾਥ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਕਾਲੂ ਨਾਥ ਵੱਲ ਦੇਖਦਿਆਂ ਹੋਇਆਂ ਗਰੀਬ ਨਵਾਜ਼ ਸਤਿਗੁਰੂ ਜੀ ਨੇ ਬਚਨ ਕੀਤਾ। ਕਾਲੀ ਕਾਲ ਮਾਨ ਤੇ ਮਾਨਵ ਨਾ ਭਇਓ ਤਬ ਕਾਲੂ ਨਾਥ। ਕਹਿਣ ਲੱਗੇ ਵੀ ਮਨੁੱਖ ਤਨ ਪਾ ਕਰਕੇ ਬੜੀ ਕਾਲਣਾ ਕਾਲੀ ਹੈ, ਜਿਹਦੇ ਕਰਕੇ ਨਾਮ ਕਾਲੂ ਨਾਥ ਬਣਿਆ ਹੈ। ਸ਼੍ਰੀ ਗੁਰ ਨਹੀਂ ਨਾਥ ਮੈਂ ਜਾਨੋ ਤੁਮਰ ਕੂਕਰ ਧਰ ਪਦ ਮਾਤ। ਤੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜ ਮੈਂ ਨਾਥ ਨਹੀਂ ਹਾਂ। ਨਾਥ ਦੇ ਅਖਰੀ ਅਰਥ ਹੁੰਦੇ ਨੇ ਜੀ ਖਸਮ, ਮਾਲਕ। ਸੱਚੇ ਪਾਤਸ਼ਾਹ ਮਹਾਰਾਜ ਮੈਂ ਨਾਥ ਨਹੀਂ ਹਾਂ, ਮੈਂ ਤੇ ਤੁਹਾਡੇ ਦਰ ਦਾ ਤੁਹਾਡੇ ਚਰਨਾਂ ਕਮਲਾਂ ਦਾ ਕੂਕਰ ਹਾਂ। ਪਿਆਰਿਓ, ਬਾਣੀ ਅੰਦਰ ਵੀ ਅਸੀਂ ਬਚਨ ਭਗਤਾਂ ਦੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪੜ੍ਹਦੇ ਹਾਂ, ਪਰ ਇਹਨਾਂ ਨੂੰ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਆਪਣੇ ਆਪ ਨੂੰ ਜਦੋਂ ਇਹ ਕੂਕਰ ਭਾਵਨਾ ਵਾਲੀ ਗਾਥਾ ਪ੍ਰੈਕਟੀਕਲ ਤੌਰ ਤੇ ਬਣਾਉਣਾ ਚਾਹੀਏ ਤੇ ਬੜੀ ਔਖੀ ਹੈ ਕਿ ਆਪਣੇ ਆਪ ਨੂੰ ਵਾਕਿਆ ਹੀ ਮਾਲਕ ਦਾ ਕੂਕਰ ਜਾਣੇ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਗੁਰੂ ਕਾ ਪਿਆਰਾ ਗਾਇਨ ਕਰੇ ਕਿ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ। ਮਾਲਕਾ ਸੀ ਤੇਰੇ ਦਰ ਦੇ ਕੂਕਰ ਹਾਂ ਤੇ ਤੇਰੇ ਦਰ ਤੇ ਅਸੀਂ ਮੁੱਖ ਪਸਾਰ ਕੇ ਭੌਂਕਦੇ ਹਾਂ, ਕੂਕਦੇ ਹਾਂ, ਭਾਵ ਤੈਨੂੰ ਚੇਤੇ ਕਰਦੇ ਹਾਂ, ਯਾਦ ਕਰਦੇ, ਤੇਰੀਆਂ ਵਡਿਆਈਆਂ ਕਰਦੇ ਹਾਂ। ਹੁਣ ਜਵਾਨੀ ਇਹ ਕਹਿਣਾ ਸੁਣਨਾ ਤੇ ਬੜਾ ਸੌਖਾ ਹੈ ਜੀ, ਪਰ ਵਾਕਈ ਕੂਕਰ ਦਾ ਕੰਮ ਕੀ ਹੁੰਦਾ ਹੈ? ਕੂਕਰ ਦਾ ਜਿਹੜਾ ਕਰਮ ਹੁੰਦਾ ਹੈ ਜੀ, ਉਹ ਆਪਣੇ ਮਾਲਕ ਦਾ ਕਦੀ ਦਰ ਨਹੀਂ ਛੱਡਦਾ।
ਆਪਣੇ ਮਾਲਕ ਦੇ ਦਰ ਤੇ ਸਦਾ ਟਹਿ ਕੇ ਰਹਿੰਦਾ ਹੈ। ਮਾਲਕ ਦਬਕਾ ਵੀ ਮਾਰਦਾ, ਝਿੜਕਦਾ ਵੀ ਹੈ। ਮਾਲਕ ਕਈ ਵਾਰੀ ਠੁੱਡਾ ਵੀ ਮਾਰ ਦਿੰਦਾ, ਪਰ ਕੂਕਰ ਦਾ ਕੰਮ ਹੈ ਆਪਣੇ ਮਾਲਕ ਦੇ ਦਰ ਨੂੰ ਕਦੀ ਛੱਡਣਾ ਨਹੀਂ। ਇਹ ਹੈ ਅਸਲ ਵਿੱਚ ਕੂਕਰ ਦਾ ਜੀਵਨ। ਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ ਵੀ ਕੂਕਰ ਇਹੋ ਜਿਹਾ ਹੋਣਾ ਚਾਹੀਦਾ ਹੈ ਵੀ ਮਾਲਕ ਨੇ ਗਲ ਵਿੱਚ ਜਿਹੜਾ ਪਟਾ, ਜਿਹੜੀ ਰੱਸੀ ਪਾਈ ਹੁੰਦੀ ਹੈ ਨਾ ਜੀ, ਮਾਲਕ ਜਿੱਧਰ ਚਾਹੇ ਉਹਨੂੰ ਖਿੱਚ ਕੇ ਲਿਜਾ ਸਕਦਾ ਹੈ ਤੇ ਉਹਨੂੰ ਜਾਣਾ ਪੈਂਦਾ ਹੈ, ਅੜੀ ਨਹੀਂ ਕਰ ਸਕਦਾ ਮਾਲਕ। ਇਹ ਕੂਕਰ ਦਾ ਜੀਵਨ ਹੈ। ਤੇ ਸੇਵਕ ਦਾ ਜੀਵਨ ਵੀ ਉਹ ਜਿਹਾ ਚਾਹੀਦਾ ਜੋ ਮਾਲਕ ਦੀ ਰਜ਼ਾ ਰੂਪੀ ਰੱਸੀ ਗਲ ਵਿੱਚ ਪਈ ਹੋਈ ਹੈ, ਉਹ ਜਿਵੇਂ ਜਿਵੇਂ ਮਾਲਕ ਖਿੱਚ ਕੇ ਲੈ ਜਾਂਦੇ ਉਧਰ ਨੂੰ ਜਾਣਾ ਪੈਂਦਾ। ਕਦੀ ਵੀ ਮਾਲਕ ਦਾ ਪਿਆਰਾ ਜਿਹੜਾ ਹੈ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ। ਭਗਤ ਕਬੀਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ। ਕਹਿੰਦੇ ਕਬੀਰ ਰਾਮ ਦਾ ਕੂਕਰ ਹੈ, ਮਾਲਕ ਦਾ ਪੁੱਤਾ ਹੈ। ਕਹਿੰਦੇ ਮੇਰਾ ਨਾਮ ਮਾਲਕ ਨੇ ਮੋਤੀ ਰੱਖਿਆ ਹੋਇਆ, ਮੁਤੀਆ ਮੇਰੋ ਨਾਮ। ਬੜੇ ਪਿਆਰੇ ਕੂਕਰ ਅਸੀਂ ਘਰਾਂ ਵਿੱਚ ਰੱਖੇ ਹੁੰਦੇ ਨੇ ਨਾ ਜੀ, ਅਸੀਂ ਪਿਆਰ ਨਾਲ ਉਹਨਾਂ ਦਾ ਵੀ ਕੋਈ ਨਾਂ ਰੱਖਦੇ ਹਾਂ। ਤੇ ਜਦੋਂ ਫਿਰ ਉਹ ਨਾਂ ਰੱਖ ਲੈਂਦੇ ਹਾਂ ਤੇ ਜਦੋਂ ਨਾਂ ਲੈ ਕੇ ਆਵਾਜ਼ ਮਾਰਦੇ ਹਾਂ, ਪੁਚਕਾਰਦੇ ਹਾਂ, ਉਸੇ ਵੇਲੇ ਉਹ ਚੱਲਿਆ ਆਉਂਦਾ, ਭੱਜਾ ਹੀ ਆਉਂਦਾ ਆਪਣੇ ਮਾਲਕ ਪਾਸ। ਤੇ ਕਹਿੰਦੇ ਮਾਲਕ ਨੇ ਮੇਰਾ ਪਿਆਰ ਨਾਲ ਨਾਮ ਮੋਤੀ ਰੱਖਿਆ ਹੋਇਆ ਹੈ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾਂ ਖਿੰਚੈ ਤਹਿ ਜਾਓ। ਕਹਿੰਦੇ ਮੇਰੇ ਗਲ ਵਿੱਚ ਜੇਵਰੀ ਰੱਸੀ ਪਾਈ ਹੋਈ ਹੈ ਮਾਲਕ ਨੇ ਰਜਾ ਦੀ, ਤੇ ਜਿੱਧਰ ਉਹ ਖਿੱਚਦਾ ਆਪਣੀ ਰਜਾ, ਆਪਣੇ ਹੁਕਮ ਦੇ ਅਨੁਸਾਰ ਉਧਰ ਨੂੰ ਮੈਂ ਚਲਿਆ ਜਾਂਦਾ। ਪ੍ਰਭ ਡੋਰੀ ਹਾਥ ਤੁਮਾਰੇ, ਇਹ ਮਾਲਕ ਦੇ ਹੱਥ ਵਿੱਚ ਸਾਡੀ ਡੋਰ ਹੈ ਸਾਰਿਆਂ ਦੀ, ਤੇ ਜਿੱਧਰ ਨੂੰ ਉਹ ਖਿੱਚਦਾ ਉਧਰ ਨੂੰ ਜਾਣਾ ਪੈਂਦਾ, ਸਾਡੀ ਚੱਲਦੀ ਕੋਈ ਨਹੀਂ। ਤੇ ਜੀ ਵਾਕਈ ਉਹ ਜੀ ਭਾਵਨਾ ਬਣਾ ਲਈਏ ਕਿ ਮਾਲਕਾ ਤੇਰੇ ਦਰ ਦੇ ਦਾਸ ਹਾਂ, ਗੁਲਾਮ ਹਾਂ, ਕੂਕਰ ਹਾਂ, ਕਿਰਪਾ ਕਰ, ਰਹਿਮਤ ਕਰ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਸਾਨੂੰ ਚਲਾ। ਅੰਦਰੋਂ ਮੈਂ ਮੇਰੀ ਅਹੰਤਾ ਮਮਤਾ ਤਿਆਗ ਦੇਗੀ। ਤੇ ਇਹਨੇ ਭਾਵਨਾ ਬਣਾਈ ਤੇ ਹੱਥ ਜੋੜ ਕੇ ਕਹਿੰਦਾ ਹੈ, ਪਾਤਸ਼ਾਹ ਮੈਂ ਨਾਥ ਨਹੀਂ ਹਾਂ, ਮੈਂ ਤੇ ਤੁਹਾਡੇ ਚਰਨਾਂ ਕਮਲਾਂ ਦਾ ਕੂਕਰ ਹਾਂ। ਪੁਨਹ ਪ੍ਰਸੰਨ ਹੋਏ ਗੁਰ ਬੋਲੇ, ਬਿਦਤ ਨਾਥ ਤੂੰ ਹੋਏ ਜਹਾਨ। ਤੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ, ਕਹਿੰਦੇ ਵੀ ਜਗਤ ਦੇ ਵਿੱਚ ਤੂੰ ਨਾਥ ਰੂਪ ਦੇ ਵਿੱਚ ਪ੍ਰਗਟ ਹੋਵੇਂਗਾ। ਸਭ ਮਾਨਿਆ ਤਵ ਨਾਥ ਜਾਨ, ਕਰ ਕਿਰਪਾ ਗੁਰਨ ਕੀ ਭਈ ਮਹਾਨ। ਸਾਰੇ ਤੈਨੂੰ ਨਾਥ ਜਾਣ ਕਰਕੇ ਮੰਨਣਗੇ, ਗੁਰੂ ਕੀ ਮਹਾਨ ਤੇਰੇ ਤੇ ਕਿਰਪਾ ਹੋਈ ਹੈ। ਪੁਨ ਕਾਲੂ ਕਾ ਸ਼੍ਰੀ ਪ੍ਰਭ ਸੁਣੀਏ, ਆਪ ਬਖਾਨਤ ਕਰਨਾ ਠਾਨ। ਫਿਰ ਕਾਲੂ ਨਾਥ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮਹਾਰਾਜ ਸੁਣੋ, ਆਪ ਬੜੀ ਕਿਰਪਾ ਕਰਕੇ ਕਹਿ ਰਹੇ ਹੋ। ਇਤੀ ਵਡਾਈ ਉਚਿਤ ਨਹੀਂ ਮੈਂ ਤੁਮਰੇ ਦਰ ਪੌਰੇ, ਕਹੋ ਸਵਾਨ। ਇੰਨੀ ਵਡਿਆਈ ਦੇ ਮੈਂ ਲਾਇਕ ਨਹੀਂ, ਮੈਂ ਉਚਿਤ ਨਹੀਂ, ਮੈਂ ਤੇ ਤੁਹਾਡੇ ਦਰ ਦਾ ਸਵਾਨ, ਤੁਹਾਡੇ ਦਰ ਦਾ ਕੂਕਰ ਹਾਂ। ਸੁਣ ਕਾਲੂ ਕੀ ਅਦਕ ਨਮਰਤਾ, ਸ਼੍ਰੀ ਗੁਰ ਸ਼੍ਰੀ ਹਰਗੋਬਿੰਦ ਅਦਕ ਕਿਰਪਾਲ। ਉਸ ਸਮੇਂ ਇੰਨੀ ਭਾਰੀ ਇਸ ਕਾਲੂ ਦਾਸ ਦੀ ਨਿਮਰਤਾ ਨੂੰ ਦੇਖ ਕੇ ਕਿਰਪਾਲੂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਹਨ। ਭਏ ਪ੍ਰਸੰਨ ਦਇਓ ਵਰ ਦੀਰਕ, ਪਾ ਨਾਥਨ ਕੋ ਨਾਥ ਵਿਸਾਲ। ਤੇ ਸਤਿਗੁਰੂ ਜੀ ਤੁਰਟ ਕੇ ਕਹਿੰਦੇ ਨੇ, ਕਾਲੂ ਨਾਥ ਤੂੰ ਨਾਥਾਂ ਦਾ ਵੀ ਨਾਥ ਹੋਇਆ। ਕਹਿਣ ਲੱਗੇ ਤੈਨੂੰ ਨਾਥਾਂ ਦਾ ਵੀ ਨਾਥ ਕੀਤਾ, ਤੈਨੂੰ ਖਸਮਾਂ ਦਾ ਵੀ ਖਸਮ ਬਣਾ ਦਿੱਤਾ, ਤੈਨੂੰ ਵੱਡਿਆਂ ਦਾ ਵੀ ਵੱਡਾ ਕੀਤਾ। ਕਿਉਂਕਿ ਵੱਡਿਆਂ ਨਾਲ ਯਾਰੀ ਲਾਈਏ ਤੇ ਪਿਆਰਿਓ ਵੱਡੇ ਹੋ ਜਾਈਦਾ। ਵੱਡੀਆਂ ਅਰਦਾਸਾਂ ਕਰੀਏ ਤੇ ਵੱਡੀਆਂ ਬਖਸ਼ਿਸ਼ਾਂ ਮਿਲਦੀਆਂ। ਗੁਰੂ ਬਾਬੇ ਦੇ ਘਰ ਵਿੱਚ ਦਾਤਾਂ ਨੇ, ਪਰ ਇਹਨਾਂ ਦਾਤਾਂ ਨੂੰ ਲੈਣ ਵਾਸਤੇ ਪਿਆਰਿਓ ਭਾਂਡਾ ਵੀ ਚਾਹੀਦਾ ਹੈ, ਯੋਗਤਾ ਵੀ ਚਾਹੀਦੀ ਹੈ। ਮਾਲਕ ਦੇ ਘਰ ਵਿੱਚੋਂ ਇਹ ਨਹੀਂ ਦਾਤਾਂ ਨਹੀਂ ਮਿਲਦੀਆਂ ਨੇ, ਪਰ ਯੋਗਤਾ ਵੀ ਹੋਵੇ ਪਿਆਰਿਓ, ਨੂੰ ਸੰਭਾਲਣ ਦੀ ਸਮਝ ਵੀ ਆ ਜਾਏ ਵੀ ਸੰਭਾਲਣੀਆਂ ਕਿਵੇਂ ਨੇ। ਕਈ ਵਾਰੀ ਦਾਤਾਂ ਮਿਲ ਜਾਂਦੀਆਂ ਨੇ, ਸਾਨੂੰ ਸੰਭਾਲਣੀਆਂ ਨਹੀਂ ਆਉਂਦੀਆਂ। ਹੁਣ ਗੁਰੂ ਪਾਤਸ਼ਾਹ ਮਹਾਰਾਜ ਤੁਰਠੇ ਨੇ ਤੇ ਕਹਿਣ ਲੱਗੇ, ਕਾਲੂ ਨਾਥ ਤੈਨੂੰ ਨਾਥਾਂ ਦਾ ਵੀ ਨਾਥ ਬਣਾਇਆ। ਸਿੱਖ ਸੇਵਕ ਭਏ, ਸਿੱਖ ਸੇਵਕ ਮੈਂ ਬਿਦਤੈ ਮਹਿਮਾ ਪਰੀ, ਬਾਹ ਘਾਲੀ ਬੜ ਘਾਲ। ਕਹਿੰਦੇ ਸਿੱਖਾਂ ਸੇਵਕਾਂ ਦੇ ਵਿੱਚ ਬਹੁਤ ਪ੍ਰਗਟ ਹੋਵੇਂਗਾ, ਤੇਰੀ ਵੱਡੀ ਮਹਿਮਾ ਹੋਵੇਗੀ, ਤੂੰ ਬੜੀ ਘਾਲਣਾ ਘਾਲੀ ਹੈ। ਜਿਉਂ ਜਿਉਂ ਨੰਬਰ ਅਦਕਤਾ ਤਿਉਂ ਤਿਉਂ ਬੜ ਪੁਰਖਨ ਕੇ ਹੈ ਅਸਰ ਚਾਲ। ਕਹਿੰਦੇ ਜਿਵੇਂ ਜਿਵੇਂ ਬਖਸ਼ਿਸ਼ ਮਿਲਦੀ ਆ ਤਿਵੇਂ ਤਿਵੇਂ ਨਿਮਰਤਾ ਆ ਜਾਂਦੀ ਏ। ਵੱਡਿਆਂ ਪੁਰਖਾਂ ਦੀ ਚਾਲ ਹੈ, ਵੱਡਿਆਂ ਪੁਰਖਾਂ ਦੇ ਜੀਵਨ ਦੀ ਮਰਿਆਦਾ ਹੈ। ਜਿਵੇਂ ਜਿਵੇਂ ਬਖਸ਼ਿਸ਼ਾਂ ਮਿਲਦੀਆਂ ਨੇ ਤਿਵੇਂ ਤਿਵੇਂ ਉਹ ਨਿਮਰਤਾ ਦੇ ਵਿੱਚ ਆਈ ਜਾਂਦੇ ਆ। ਪਿਆਰਿਓ, ਜਦੋਂ ਫਲਦਾਰ ਦਰਖਤਾਂ ਨੂੰ ਫਲ ਲੱਗਦਾ ਹੈ, ਉਹ ਸਾਂਖਾਂ ਝੁਕ ਜਾਂਦੀਆਂ ਨੇ, ਟਾਹਣੇ ਝੁਕ ਜਾਂਦੇ ਆ।
ਇਹਦਾ ਭਾਵ ਕਿ ਜਦੋਂ ਬਖਸ਼ਿਸ਼ਾਂ ਮਿਲਣ ਤੇ ਨਿਮਰਤਾ ਰੱਖਣੀ ਚਾਹੀਦੀ ਹੈ, ਝੁਕ ਜਾਣਾ ਚਾਹੀਦਾ, ਨਿਮਰਤਾ ਭਾਵ ਵਿੱਚ ਆਉਣਾ ਚਾਹੀਦਾ ਹੈ। ਜਦੋਂ ਇਹਨੇ ਕਿਹਾ ਨਾ ਕਿ ਬਾਲਕਾ ਮੈਂ ਤੁਹਾਡੇ ਦਰ ਦਾ ਕੂਕਰ ਹੈ, ਤੇ ਪਾਤਸ਼ਾਹ ਕਹਿੰਦੇ ਵੱਡਿਆਂ ਦੀ ਚਾਲ ਹੈ ਕਿ ਜਦੋਂ ਬਖਸ਼ਿਸ਼ਾਂ ਮਿਲਣ ਤੇ ਨਿਮਰਤਾ ਵਿੱਚ ਆਉਣਾ ਚਾਹੀਦਾ ਹੈ। ਕਰਿਓ ਬਚਨ ਜਬ ਸ਼੍ਰੀ ਹਰਗੋਬਿੰਦ ਕਾਮਲ ਕਰਾ ਮਾਤਵ ਪਾਏ। ਗੁਰੂ ਬਾਬੇ ਨੇ ਜਦੋਂ ਬਚਨ ਕੀਤਾ ਤੇ ਮਹਾਨ ਕਰਾਮਾਤ ਵਾਲਾ ਹੋਣਾ ਕੀਤਾ। ਅਤ ਆਨੰਦ ਕਰ ਪਦ ਅਰਬਿੰਦਨ ਬੰਦਨ ਕੀਨ ਸੀਸ ਕੋ ਨਿਆਏ। ਬੜਾ ਹੀ ਆਨੰਦਿਤ ਹੋਇਆ, ਬੜਾ ਹੀ ਆਨੰਦਿਤ ਹੋਇਆ ਗੁਰੂ ਕੀਆਂ ਬਖਸ਼ਿਸ਼ਾਂ ਨੂੰ ਪਾ ਕਰਕੇ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਬਾਰ-ਬਾਰ ਨਮਸਕਾਰ ਕਰਦਾ ਹੈ। ਬਾਲਕ ਹੁਤੋ ਸੰਗ ਪੈ ਲਾਇ ਲਿਆਇਓ ਦਿਸ਼ ਦਿਸ਼ ਦੇਖ ਗੁਰੂ ਸੁਖਦਾਇ। ਤੇ ਜਿਹੜਾ ਬਾਲਕ ਨਾਲ ਲਿਆਇਆ ਸੀ ਨਾ, ਉਹਦੇ ਸਿਰ ਤੇ ਵੀ ਇਹ ਘੜਾ ਚਕਾ ਕੇ ਆ ਲਿਆਇਆ ਸੀ। ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਬਾਲਕ ਵੱਲ ਵੀ ਸੁਖਾਂ ਦੇ ਦਾਤੇ ਸਤਿਗੁਰੂ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਦੇਖਣਾ ਕੀਤਾ। ਦੁਗਧ ਚੂਰੂ ਭਰਤ ਸਕੋ ਦੀਨਸ ਕਹਿਓ ਪਾਨ ਕਰ ਬਿਲਮ ਨਾ ਲਾਏ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਾ ਜੀ ਆਪਣੇ ਹੱਥ ਦੀ ਚੁਲੀ ਬਣਾ ਕਰਕੇ ਉਹਦੇ ਵਿੱਚ ਦੁੱਧ ਪਾਇਆ ਤੇ ਬਾਲਕ ਨੂੰ ਕਹਿੰਦੇ ਲੈ ਬਾਲਕਾ ਬਿਨਾਂ ਦੇਰੀ ਤੋਂ ਇਹਨੂੰ ਛਕ ਲੈ। ਹੁਣ ਜਿਹਨੂੰ ਪਿਆਰਿਓ ਮਾਲਕ ਸਤਿਗੁਰੂ ਆਪ ਆਪਣੇ ਹੱਥ ਦੇ ਨਾਲ ਦੁੱਧ ਦੀ ਬਖਸ਼ਿਸ਼ ਕਰੇ, ਕੋਈ ਦਾਤ ਦੀ ਬਖਸ਼ਿਸ਼ ਕਰੇ ਆਪਣੇ ਹੱਥੀਂ, ਜਿਵੇਂ ਮਾਂ ਬਾਪ ਆਪਣੇ ਬੱਚੇ ਨੂੰ ਪਿਆਉਂਦੇ ਨੇ। ਕਈ ਵਾਰੀ ਤੁਸੀਂ ਦੇਖਿਆ ਹੋਣਾ ਸਾਡੀਆਂ ਸਵਾਣੀਆਂ ਭੈਣਾਂ ਬੈਠੀਆਂ ਨੇ, ਤੁਸੀਂ ਸਿਆਣੇ ਬੈਠੇ ਹੋ, ਸਾਡੇ ਬੱਚੇ ਦੇ ਕੋਲ ਪਾਣੀ ਪੀਣ ਵਾਸਤੇ ਕਈ ਵਾਰੀ ਕੋਈ ਗਲਾਸੀ ਨਾ ਹੋਵੇ, ਕੋਈ ਬਰਤਨ ਨਾ ਹੋਵੇ, ਅਸੀਂ ਆਪਣਾ ਹੱਥ ਚੁਲੀ ਬਣਾ ਕਰਕੇ ਉਹਦੇ ਅੱਗੇ ਕਰ ਦਿੰਦੇ, ਮੂੰਹ ਦੇ ਅੱਗੇ ਉਹਨੂੰ ਪਾਣੀ ਪਿਆਉਂਦੇ ਬੱਚੇ ਨੂੰ। ਤੇ ਉਹ ਬੱਚਾ ਸੀ ਜੀ, ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਤੇ ਦੁੱਧ ਪਾਇਆ ਤੇ ਕਹਿਣ ਲੱਗੇ ਲੈ ਬਾਲਕਾ ਆ ਬਿਨਾਂ ਦੇਰੀ ਤੋਂ ਦੁੱਧ ਛਕ ਲੈਣਾ ਕਰ। ਮਾਨ ਬਾਗ ਕੋ ਪਾਨ ਕਰਿਓ ਜਬ ਭਈ ਸ਼ਕਤ ਸਭ ਜਾਨੀ ਬਾ। ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਬਚਨ ਮੰਨ ਕੇ ਜਦੋਂ ਉਹ ਚੁਲੀ ਭਰ ਦੁੱਧ ਛਕਿਆ ਤੇ ਮਹਾਨ ਸ਼ਕਤੀ ਵਾਲਾ ਹੋਇਆ। ਮਹਾਨ ਦਾਤਾ ਜੀਵਨ ਦੇ ਵਿੱਚ ਉਸ ਬਾਲਕ ਦੇ ਵਰਤਣਾ ਕੀਤੀਆਂ। ਦੇਸ਼ ਬਦੇਸ਼ਨ ਕੀ ਸਤੋਰ ਮਹਿ ਕਰ ਬਦਰੀ ਫਲ ਤਿਮ ਬਖਿਆਤ। ਦੇਸਾਂ ਬਦੇਸਾਂ ਦੀ ਤਿੰਨਾਂ ਭਵਨਾਂ ਦੀ ਇਵੇਂ ਹਿਰਦੇ ਅੰਦਰ ਸੋਝੀ ਹੋ ਗਈ, ਮਾਨੋ ਕਿ ਜਿਵੇਂ ਹੱਥ ਤੇ ਬੇਰ ਰੱਖਿਆ ਹੋਵੇ। ਭਾਵ ਕਿ ਹੱਥ ਤੇ ਸਰੋਂ ਜਮਾਉਣ ਵਾਲੀ ਜਿਹਨੂੰ ਗੱਲ ਅਸੀਂ ਗਾਥਾ ਕਹਿ ਦਿੰਦੇ, ਕਹਾਵਤ ਕਹਿੰਦੇ, ਇਵੇਂ ਉਹਦੇ ਨੇਤਰਾਂ ਦੇ ਸਾਹਮਣੇ ਸਭ ਕੁਝ ਨਜ਼ਰੀ ਬਣਿਆ। ਉਹਦੇ ਹਿਰਦੇ ਅੰਦਰ ਸਾਰੀ ਖਬਰ ਹੋ ਜਾਣਾ ਕੀਤੇ। ਅਜਰਜ ਜਿਤ ਧਰ ਗੁਰ ਪਦ ਬੰਦੇ ਧੰਨ ਧੰਨ ਗੁਰ ਦੀਰਘ ਦਾਤ। ਤੇ ਬੜੀ ਹੈਰਾਨਗੀ ਦੇ ਨਾਲ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ ਤੇ ਮੁਖ ਤੋਂ ਕਹਿੰਦਾ ਧੰਨ ਸਤਿਗੁਰੂ ਤੁਹਾਡੀਆਂ ਵੱਡੀਆਂ ਦਾਤਾਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਤੁਸੀਂ ਵੱਡੇ ਹੋ, ਤੁਹਾਡੀਆਂ ਦਾਤਾਂ ਵੀ ਵੱਡੀਆਂ ਹਨ। ਕਸ਼ਟੇ ਕਸ਼ੋਸ਼ਨ ਕਮੈ ਕੀਨਸ ਕੌਣ ਕਰੇ ਸਮਤਾ ਕਿਸ ਭਾਂਤ। ਪਾਤਸ਼ਾਹ ਕਿਸ਼ਨ ਦੇ ਵਿੱਚ ਕੁਝ ਦਾ ਕੁਝ ਤੁਸੀਂ ਕਰ ਦਿੰਦੇ ਹੋ, ਤੁਹਾਡੀ ਕੌਣ ਬਰਾਬਰਤਾ ਕਰ ਸਕਦਾ ਹੈ। ਕਾਲੂ ਜਾਣ ਲਈ ਦਸ ਕੀ ਗਤ ਬੋਝਤ ਪਇਓ ਸੁਨਾਵੋ ਬਾਲ। ਤੇ ਸਮੇਂ ਕਾਲੂ ਨਾਥ ਨੇ ਵੀ ਜਾਣ ਲਿਆ ਜੀ ਤੇ ਗੁਰੂ ਮਾਲਕ ਨੇ ਇਹਨੂੰ ਵੀ ਬਖਸ਼ਿਸ਼ ਦੇ ਦਿੱਤੀ। ਇਹਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ, ਦੇਸ਼ ਵਿਦੇਸ਼ ਦੀ ਇਹਨੂੰ ਖਬਰ ਹੋ ਗਈ। ਆਇਆ ਤੇ ਸੀ ਵੀ ਚੱਲ ਮੈਂ ਬਾਲਕਤ ਨੂੰ ਨਾਲ ਲੈ ਚੱਲਦਾ, ਤੇ ਮੇਰੇ ਨਾਲ ਇਹਨੂੰ ਵੀ ਬਖਸ਼ਿਸ਼ਾਂ ਮਿਲ ਗਈਆਂ। ਪਿਆਰਿਓ ਬਖਸ਼ਿਸ਼ ਮੈਨੂੰ ਮਿਲੇ, ਤੁਹਾਨੂੰ ਮਿਲੇ, ਸਾਡੇ ਪਰਿਵਾਰ ਦੇ ਜੀਆਂ ਨੂੰ ਮਿਲੇ, ਗੁਆਂਢੀਆਂ ਨੂੰ ਮਿਲੇ, ਸਮਾਜ ਦੇ ਹੋਰ ਜੀਵਾਂ ਨੂੰ ਮਿਲੇ, ਜੇ ਸਾਨੂੰ ਮਿਲ ਗਈ ਹੈ ਤੇ ਗੁਰੂ ਦਾ ਧੰਨਵਾਦ। ਤੇ ਜੇ ਦੂਜਿਆਂ ਨੂੰ ਵੀ ਗੁਰੂ ਕੀ ਅੰਗਦ ਸਾਹਿਬ ਮਹਾਰਾਜ ਜੀ ਦੀਆਂ ਦਾਤਾਂ ਮਿਲ ਰਹੀਆਂ ਨੇ ਤੇ ਮਾਲਕ ਦਾ ਸ਼ੁਕਰਾਨਾ। ਕਦੀ ਸੜੀਏ ਬਲੀਏ ਨਾ ਵੀ ਦੂਜਿਆਂ ਨੂੰ ਕਿਉਂ ਮਿਲ ਰਹੀਆਂ। ਕਈ ਵਾਰੀ ਪਿਆਰਿਓ ਇਸ ਤਰ੍ਹਾਂ ਦੀ ਅਸੀਂ ਭਾਵਨਾ ਬਣਾ ਕਰਕੇ ਆਪਣਾ ਆਪ ਸਾਰਾ ਕੁਝ ਗਵਾ ਬੈਠੇ। ਇੱਥੋਂ ਤੱਕ ਸਾਡੀ ਨੀਤ ਬਣ ਗਈ ਆ ਵੀ ਅਸੀਂ ਕਹਿੰਦੇ ਆ ਵੀ ਸਾਨੂੰ ਹੀ ਸਾਰਾ ਕੁਝ ਮਿਲੇ, ਦੂਜੇ ਨੂੰ ਨਾ ਮਿਲੇ। ਨਹੀਂ ਭਾਈ, ਉਹਦਾ ਕਰਮ ਉਹਦੇ ਨਾਲ, ਤੇਰਾ ਕਰਮ ਤੇਰੇ ਨਾਲ। ਤੂੰ ਭਾਵਨਾ ਬਣਾ, ਮਾਲਕ ਅੱਗੇ ਝੋਲੀ ਅੱਡ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਝੋਲੀ ਵਿੱਚ ਆ ਵੀ ਦਾਤ ਪਾ ਦੇ, ਆ ਵੀ ਦਾਤ ਪਾ ਦੇ, ਸਾਰੀਆਂ ਦਾਤਾਂ ਮਿਲਣਗੀਆਂ। ਪਰ ਜੇ ਦੂਜੇ ਨੂੰ ਵੀ ਮਿਲ ਰਹੀਆਂ ਨੇ ਤੇ ਕਦੀ ਕਿਸੇ ਪ੍ਰਕਾਰ ਦੇ ਨਾਲ ਈਰਖਾ ਨਹੀਂ ਜਾਗਣੀ ਚਾਹੀਦੀ ਵੀ ਦੂਜੇ ਨੂੰ ਕਿਉਂ ਮਿਲ ਰਹੀ। ਕਈ ਵਾਰੀ ਐਸੀ ਹਾਲਤ ਬਣ ਜਾਂਦੀ ਹੈ, ਕਿਸੇ ਜੀਵ ਨੇ ਜੀ ਕੋਈ ਸਾਧਨਾ ਕੀਤੀ ਤੇ ਦੇਵਤਾ ਪ੍ਰਸੰਨ ਹੋਇਆ। ਉਹ ਦੇਵਤੇ ਨੇ ਪ੍ਰਸੰਨ ਹੋ ਕੇ ਕਿਹਾ, ਕਹਿਣ ਲੱਗੇ ਕੀ ਚਾਹੀਦਾ। ਕਹਿੰਦੇ ਜੀ ਮੇਰੇ ਘਰ ਦੇ ਵਿੱਚ ਗਰੀਬੀ ਬੜੀ, ਗਰੀਬੀ ਕੱਟੀ ਜਾਏ। ਉਹ ਪਰਮਾਤਮਾ ਨੇ, ਸਾਧੂ ਨੇ ਇੱਕ ਸੰਖ ਦਿੱਤਾ ਉਹਨੂੰ। ਕਹਿਣ ਲੱਗੇ ਲੈ, ਜਦੋਂ ਵੀ ਕਿਸੇ ਵਸਤੂ ਦੀ ਲੋੜ ਹੋਵੇ
ਤੇ ਉਹ ਵਸਤੂ ਨੂੰ ਭਾਵਨਾ ਬਣਾ ਕੇ ਯਾਦ ਕਰਕੇ ਆ ਸ਼ੰਖ ਵਜਾਈ ਤੇ ਤੇਰੇ ਘਰ ਦੇ ਵਿੱਚ ਉਹੀ ਦਾਤ ਆ ਜਾਏਗੀ। ਪਰ ਇੱਕ ਗੱਲ ਖਿਆਲ ਦੇ ਨਾਲ ਧਿਆਨ ਵਿੱਚ ਰੱਖੀ ਵੀ ਜੋ ਤੂੰ ਵਸਤੂ ਮੰਗੇਗਾ, ਜੋ ਕੋ ਪਦਾਰਥ ਮੰਗੇਗਾ, ਤੇਰੇ ਤੋਂ ਦੁੱਗਣਾ ਤੇਰੇ ਗਵਾਂਢ ਵਿੱਚ ਆਉਣਾ। ਉਸ ਸਮੇਂ ਤੇ ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਵੀ ਮੈਨੂੰ ਮਿਲਣਾ ਚਾਹੀਦਾ, ਗਵਾਂਢੀ ਨੂੰ ਮਿਲਦਾ ਤੇ ਮਿਲ ਹੀ ਜਾਵੇ, ਫਿਰ ਕੀ ਹੋਇਆ, ਮੈਨੂੰ ਭਾਵੇਂ ਦੁੱਗਣਾ ਮਿਲ ਜੇ, ਮੈਨੂੰ ਤੇ ਮਿਲਣਾ ਚਾਹੀਦਾ ਨਾ ਜੀ। ਉਹ ਸ਼ੰਖ ਲੈ ਕੇ ਘਰ ਆ ਗਿਆ ਤੇ ਦੂਜੇ ਦਿਨ ਵਿਚਾਰਿਆ ਵੀ ਉਹ ਸ਼ੰਖ ਜਿਹੜਾ ਵਜਾ ਕੇ ਦੇਖਾਂ ਤੇ ਸਹੀ ਵੀ ਵਾਕਿਆ ਕੁਝ ਮਿਲਦਾ ਕਿ ਜਾਂ ਉੱਦਾਂ ਹੀ ਮੈਨੂੰ ਦੇਖ ਕੇ ਤੋਰ ਦਿੱਤਾ। ਦੂਜੇ ਦਿਨ ਹੁਣ ਗਰੀਬੀ ਸੀ ਤੇ ਗਰੀਬੀ ਦੇ ਵਿੱਚ ਸਭ ਤੋਂ ਪਹਿਲਾਂ ਬੰਦੇ ਨੂੰ 2 ਡੰਗ ਦੀ ਰੋਟੀ ਚਾਹੀਦੀ ਹੁੰਦੀ ਹੈ ਨਾ ਜੀ। ਉਹਨੇ ਭਾਵਨਾ ਬਣਾਈ ਵੀ ਸਾਡੇ ਘਰ ਦੇ ਵਿੱਚ ਜਿਹੜਾ ਭੜੋਲਾ ਪਿਆ ਦਾਣਿਆਂ ਨਾਲ ਭਰ ਜਾਏ। ਇਹਨੇ ਭਾਵਨਾ ਬਣਾ ਕੇ ਸ਼ੰਖ ਵਜਾਇਆ ਤੇ ਦਾਣਾ ਜੋ ਭੜੋਲਾ ਜਿਹੜਾ ਸੀ ਦਾਣਿਆਂ ਨਾਲ ਭਰ ਗਿਆ ਤੇ ਗੁਆਂਢੀਆਂ ਦੇ ਘਰ ਵਿੱਚ 2। ਹੁਣ ਇਸੇ ਤਰ੍ਹਾਂ ਦੇ ਨਾਲ ਦੂਜੇ ਦਿਨ ਫਿਰ ਕਾਮਨਾ ਕੀਤੀ ਵੀ ਘਰ ਵਿੱਚ ਧਨ ਆ ਜਾਏ, ਜਿੰਨਾ ਧਨ ਇਹਨੇ ਮੰਗਿਆ ਉਹ ਤੋਂ ਦੁੱਗਣਾ ਗੁਆਂਢੀਆਂ ਦੇ ਘਰ ਵਿੱਚ। ਚਲਦੇ ਆ ਵੀ ਆ ਜਾਏ, ਆ ਵੀ ਆ ਜਾਏ, ਆ ਵੀ ਆ ਜਾਏ, ਮੇਰੇ ਘਰ ਦਾ ਚੰਗਾ ਮਾਹੌਲ ਬਣ ਜਾਏ। ਇਹਦੇ ਘਰ ਵਿੱਚ 1 ਕੋਠੀ, ਉਹਦੀਆਂ 2। ਤੇ ਜਦੋਂ ਦਾਤਾਂ ਮਿਲਦੀਆਂ ਗਈਆਂ ਜੀ, ਫਿਰ ਮਨ ਵਿੱਚ ਖਿਆਲ ਪੈਦਾ ਹੋ ਗਿਆ, ਹੱਦ ਹੋ ਗਈ। ਕਹਿੰਦਾ ਵੀ ਮੇਰੇ ਨੂੰ ਅਮੀਰ ਉਹ ਹੋ ਗਿਆ ਵੀ ਮੈਂ ਤੇ ਤਪ ਕੀਤਾ, ਮੈਂ ਤੇ ਸਾਧਨਾ ਕੀਤੀ ਤੇ ਮੈਨੂੰ ਮਿਲਿਆ, ਤੇ ਇਹਨੂੰ ਦੁੱਗਣਾ ਉੱਦਾਂ ਕੋਈ ਮਿਲੀ ਜਾਂਦਾ। ਕਹਿੰਦਾ ਵੀ ਇਹ ਕੁਝ ਸੋਚਣਾ ਚਾਹੀਦਾ, ਕੁਝ ਕਰਨਾ ਚਾਹੀਦਾ ਇਹਦੇ ਬਾਰੇ। ਕੀਤਾ ਕੀ? ਈਰਖਾ ਕਿੱਥੋਂ ਤੱਕ ਬੰਦੇ ਨੂੰ ਲੈ ਜਾਂਦੀ ਹੈ। ਭਾਵਨਾ ਬਣਾਈ, ਕਹਿੰਦੇ ਵੀ ਸਾਡੇ ਦਰਵਾਜ਼ਾ ਜਿਹੜਾ ਮੇਨ ਆ ਨਾ ਘਰ ਦੇ ਵਿੱਚ ਆਉਣ ਵਾਲਾ, ਬਾਹਰੋਂ ਦਰਵਾਜ਼ਾ ਜਿਹੜਾ ਆਉਂਦਾ ਹੈ, ਉਸ ਦਰਵਾਜ਼ੇ ਦੇ ਅੱਗੇ ਖੂਹ ਪੁੱਟਿਆ ਜਾਏ। ਸ਼ੰਖ ਵਜਾਇਆ ਜੀ, ਘਰ ਦੇ ਵਿੱਚ ਇੱਕ ਦਰਵਾਜ਼ੇ ਦੇ ਸਾਹਮਣੇ ਖੂਹ ਪੁੱਟਿਆ ਗਿਆ, ਗੁਆਂਢੀਆਂ ਦੇ ਘਰ ਵਿੱਚ 2। ਦੂਜੇ ਦਿਨ ਕਹਿੰਦਾ ਵੀ ਸਾਡੇ ਸਾਰੇ ਜੀਆਂ ਦੀ 1-1 ਅੱਖ ਕਾਣੀ ਹੋ ਜਾਏ, 1-1 ਅੱਖ ਮਾਰੀ ਜਾਏ। ਹੁਣ ਇਹਨਾਂ ਦੀ 1-1, ਉਹਨਾਂ ਵਿਚਾਰੀਆਂ ਦੀਆਂ 2-2। ਹੁਣ ਜਿਹੜਾ ਜਾਏ ਖੂਹ ਦੇ ਵਿੱਚ, ਜਿਹੜਾ ਜਾਏ ਖੂਹ ਦੇ ਵਿੱਚ, ਜਿਹੜਾ ਜਾਏ ਖੂਹ ਦੇ ਵਿੱਚ। ਇਹੋ ਜਿਹੀ ਈਰਖਾ ਦੇ ਵੱਸ ਅਸੀਂ ਕੰਮ ਕਰ ਬੈਨੇ ਆ। ਆਪਣੀਆਂ ਵੀ ਅੱਖਾਂ ਗਵਾਈਆਂ, ਦੂਜਿਆਂ ਦੀਆਂ ਵੀ ਗਵਾ ਦਿੱਤੀਆਂ। ਆਪ ਭਲਿਆ 1 ਅੱਖ ਆਪਣੀ ਮਰਵਾ ਲਈ, ਦੂਜਿਆਂ ਦੀਆਂ 2 ਮਾਰਦੇ ਆਪਣਾ ਵੀ ਨੁਕਸਾਨ ਕਰਾਇਆ, ਦੂਜੇ ਦਾ ਵੀ ਕਰਾਇਆ। ਇਹ ਈਰਖਾ ਦਾ ਕੰਮ ਹੈ ਜੀ। ਈਰਖਾ ਕਰਕੇ ਅਸੀਂ ਆਪਣੇ ਅੰਦਰ ਵੀ ਜਲਦੇ ਹਾਂ, ਸੜਦੇ ਹਾਂ, ਦੂਜਿਆਂ ਨੂੰ ਵੀ ਸਾੜਦੇ ਹਾਂ, ਮਾਰਦੇ ਹਾਂ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਹਿਣ ਲੱਗੇ, ਭਲਿਆ ਕਦੀ ਕਿਸੇ ਦਾ ਬੁਰਾ ਕਰਨਾ ਇੱਕ ਪਾਸੇ ਰਿਹਾ, ਕਦੀ ਸੋਚੀ ਵੀ ਨਾ, ਵਿਚਾਰੀ ਵੀ ਨਾ। ਜੇ ਤੂੰ ਸੁੱਖ ਚਾਹੁੰਦਾ, ਆਨੰਦ ਚਾਹੁੰਦਾ, ਤੈਨੂੰ ਕਦੀ ਭਰਾਵਾ ਮਿੱਤਰਾ ਦੁੱਖ ਨਹੀਂ ਹੋਏਗਾ ਜੇ ਤੂੰ ਇਸ ਗੱਲ ਨੂੰ ਗਰੰਟੀ ਤੌਰ ਤੇ ਮੰਨ ਕੇ ਦੇਖ ਲੈ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕਹੋ ਦੁੱਖ ਨਹੀਂ ਭਾਈ ਮੀਤ। ਜੇ ਪਿਆਰਿਓ ਸਾਨੂੰ ਮਾਲਕ ਨੇ ਕਿਰਪਾ ਕੀਤੀ, ਪੁੱਤਰ ਨੌਕਰੀ ਤੇ ਲੱਗ ਗਿਆ, ਸ਼ੁਕਰਾਨਾ ਕਰਿਆ ਕਰੋ ਗੁਰੂ ਅੰਗਦ ਸਾਹਿਬ ਮਹਾਰਾਜ ਦਾ। ਕਿਸੇ ਆਸ ਪਾਸ ਦੇ ਕਿਸੇ ਦਾ ਪੁੱਤਰ ਚੰਗੀ ਨੌਕਰੀ ਤੇ ਲੱਗ ਗਿਆ ਤੇ ਤਾਂ ਵੀ ਮਾਲਕ ਦਾ ਧੰਨਵਾਦ, ਸ਼ੁਕਰਾਨਾ ਕਰਿਆ ਕਰੋ। ਜੇ ਕਿਸੇ ਦਾ ਧੀ ਪੁੱਤ ਪਿਆਰਿਓ ਗਲਤ ਪਾਸੇ ਕਿਤੇ ਜਾ ਰਿਹਾ ਤੇ ਮਾਲਕ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਮਹਾਰਾਜ ਇਹਨੂੰ ਵੀ ਬੁਰੀ ਸੰਗਤ ਤੋਂ ਬਚਾ, ਸਾਡੇ ਬੱਚਿਆਂ ਨੂੰ ਵੀ ਬਚਾ। ਕਿ ਸਿੱਖ ਤੇ ਹਰ ਰੋਜ਼ ਗੁਰੂ ਕੋਲੋਂ ਹੀ ਮੰਗਦੇ ਨਾ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੇਵਲ ਇਹ ਗੱਲ ਕਹਿਣ ਸੁਣਨ ਤੱਕ ਨਹੀਂ ਰੱਖਣੀ, ਸਰਬੱਤ ਦੇ ਭਲੇ ਦੀ ਗੱਲ ਕਰਨੀ। ਨਾ ਕਿ ਈਰਖਾ ਵਸ ਹੋ ਕੇ ਆਪਣੇ ਅੰਦਰ ਵੀ ਜਲੀਏ, ਦੂਜਿਆਂ ਨੂੰ ਵੀ ਜਾਲੀਏ। ਐਸਾ ਕੰਮ ਨਹੀਂ ਕਰਨਾ ਚਾਹੀਦਾ। ਹੁਣ ਕਾਲੂ ਨਾਥ ਤੇ ਸਤਿਗੁਰੂ ਪ੍ਰਸੰਨ ਬੜੇ ਸੀ, ਉਹਨੂੰ ਬਖਸ਼ਿਸ਼ਾਂ ਦਿੱਤੀਆਂ, ਨਾਥਾਂ ਦਾ ਨਾਥ ਬਣਾਇਆ, ਜਿਹੜਾ ਹੁਣ ਬਾਲਕ ਨਾਲ ਸੇਵਾ ਵਾਸਤੇ ਆਇਆ ਸੀ ਜੀ। ਤੇ ਗੁਰੂ ਬਾਬੇ ਨੇ ਚੂਹੀ ਭਰ ਕੇ ਉਹਨੂੰ ਵੀ ਦੁੱਧ ਛਕਾਇਆ ਤੇ ਨਾ ਭਵਨਾਂ ਦੀ ਸੋਝੀ ਵਾਲਾ ਹੋ ਗਿਆ। ਕਾਲੂ ਨਾਥ ਨੇ ਜਾਣ ਲਿਆ, ਇਹਨੂੰ ਵੀ ਬਖਸ਼ਿਸ਼ ਮਿਲ ਗਈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਦੇਖ ਕੇ ਉਸ ਬਾਲਕ ਨੂੰ ਪੁੱਛਦਾ ਹੈ, ਆਪ ਗੁਰ ਦੁੱਤੀ ਰੂਪ ਕਿਸ ਥਲ ਹੈ, ਉੱਠੇ ਕਦੋਂ ਬੈਠੇ ਕਿਤ ਚਾਲ। ਕਹਿੰਦਾ ਬਾਲਕਾ, ਗੁਰੂ ਪਾਤਸ਼ਾਹ ਜੀ ਦਾ ਜਿਹੜਾ ਦੂਜਾ ਸਰੂਪ ਹੈ ਉਹ ਇਸ ਸਮੇਂ ਦੇ ਵਿੱਚ ਕਿੱਥੇ ਹੈ? ਇਸ ਸਮੇਂ ਦੇ ਵਿੱਚ ਉਹ ਸਰੂਪ ਬੈਠਾ ਹੈ ਕਿ ਜਾਂ ਕਿਤੇ ਚੱਲ ਰਿਹਾ ਹੈ? ਕਿਸ ਬੋਲਿਓ ਤੁਮ ਸੁਨੋ ਨਾਥ ਜੀ, ਅਰਬ ਵਲਾਇਤ ਵਿਖੇ ਕਿਰਪਾਲ। ਉਹ ਬਾਲਕ ਮਾਲਕ ਦੀ ਬਖਸ਼ਿਸ਼ ਦੇ ਦੁਆਰਾ ਬੋਲਿਆ, ਕਹਿਣ ਲੱਗਾ, ਸਿੱਧ ਜੀ ਨਾਥ ਜੀ ਸੁਣੋ,
ਇਸ ਸਮੇਂ ਦੇ ਵਿੱਚ ਅਰਬ ਵਲਾਇਤ ਦੇ ਵਿੱਚ ਕਿਰਪਾਲੂ ਸਤਿਗੁਰੂ ਮੇ ਤੁਰਕ ਗੁਰ ਕੋ ਮੰਨਹਿ ਤਿਨ ਸਿਮਰੇ ਬੋ ਬਿਨਤੀ ਨਾਲ। ਇੱਕ ਤੁਰਕ ਬੜਾ ਪ੍ਰੇਮੀ ਹੈ, ਗੁਰੂ ਨੂੰ ਬੜਾ ਮੰਨਣ ਵਾਲਾ ਹੈ, ਉਹ ਗੁਰੂ ਨੂੰ ਯਾਦ ਕਰ ਰਿਹਾ, ਬੇਨਤੀਆਂ ਕਰਦਾ ਹੈ। ਸ਼੍ਰੀ ਨਾਨਕ ਗਾਦੀ ਪਰ ਜੋ ਹੈ ਮੇਰਾ ਪ੍ਰੇਮ ਪਰਖ ਸੋ ਆਏ। ਉਹ ਬੇਨਤੀਆਂ ਕਰਦਾ ਪਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਸਥਾਨ ਤੇ ਗੁਰਤਾ ਤੇ ਜਿਹੜਾ ਵੀ ਇਸ ਸਮੇਂ ਸਰੂਪ ਬੈਠਾ ਹੈ, ਉਹ ਕਿਰਪਾ ਕਰਨ, ਰਹਿਮਤ ਕਰਨ। ਗੁਰੂ ਨਾਨਕ ਜੋਤ ਮੇਰੀ ਬੇਨਤੀ ਨੂੰ ਸੁਣ, ਮੇਰੇ ਪਾਸ ਆਉਣਾ ਕਰਨ। ਦੇ ਦਰਸ਼ਨ ਕੋ ਕਰੇ ਕਿਰਤਾਰਥ ਕਾਮਲ ਕਰਾ ਮਾਤ ਸਮੁਦਾਇ। ਤੇ ਬਹੁਤ ਕਾਮਲ ਨੇ ਕਰਾਮਾਤ ਦੇ ਸਹਿਤ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰਨਾ ਕਰਨ। ਤਹਾਂ ਤਰੋਵਰ ਕੇਤਨ ਠਾਂਡੇ ਸ਼ਾਖਾ ਪਕੜੀ ਹੱਥ ਉਠਾਏ। ਤੇ ਬਾਲਕ ਕਹਿੰਦਾ ਨਾਥ ਜੀ ਉਹਦੇ ਪਾਸ ਇੱਕ ਦਰਖਤ ਹੈ, ਉਸ ਦਰਖਤ ਦੇ ਹੇਠ ਨਾਲ ਤੇ ਸਾਖ ਨੂੰ ਫੜਿਆ ਹੋਇਆ ਹੈ, ਨਾਲੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਨੇ। ਆਖੋ ਸਤਨਾਮ ਵਾਹਿਗੁਰੂ। ਇੱਕ ਸਰੂਪ ਸਾਡੇ ਸਾਹਮਣੇ ਬੈਠਾ, ਕਹਿੰਦੇ ਦੂਜੇ ਸਰੂਪ ਵਿੱਚ ਹੋ ਕੇ ਅਰਬ ਵਲਾਇਤ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਸਾਹਮਣੇ ਉਹਨੂੰ ਦਰਸ਼ਨ ਦੇ ਰਹੇ ਹਨ। ਤੁਰਕ ਮੁਰੀਦ ਸਦਕ ਕੋ ਲਖ ਕਰ ਬਿਨਾ ਬਿਲੰਬ ਪਹੁੰਚੇ ਧਾਏ। ਉਸ ਤੁਰਕ ਮੁਰੀਦ ਦੇ ਸਿਦਕ ਨੂੰ ਜਾਣ ਕਰਕੇ ਬਿਨਾਂ ਦੇਰੀ ਤੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੇ ਪਹੁੰਚ ਕੇ ਉਹਨੂੰ ਨਿਹਾਲ ਕਰ ਰਹੇ ਹਨ। ਕਾਲੂ ਬਿਸਮਾ ਸ਼ੀਕਰ ਲਈ ਇਨਾ ਇਤੀ ਸ਼ਕਤ ਕੇ ਉਚਿਤ ਨਾ ਬਾਲ। ਤੇ ਕਾਲੂ ਨਾਦ ਸੁਣ ਕੇ ਬੜਾ ਹੈਰਾਨ ਹੋਇਆ, ਕਹਿੰਦਾ ਵੀ ਇਹ ਅਜੇ ਬਾਲਕ ਹੈ, ਇੰਨੀ ਸ਼ਕਤੀ ਦੇ ਇਹ ਉਚਿਤ ਨਹੀਂ ਆ, ਇੰਨੀ ਸ਼ਕਤੀ ਇਹਦੇ ਕੋਲ ਨਹੀਂ ਹੋਣੀ ਚਾਹੀਦੀ। ਸਭ ਜਹਾਨ ਕੀ ਉਰਸਤ ਪ੍ਰਾਪਤ ਗੁਰਦਈ ਲਖ ਕਰਮ ਨਾਲ। ਤੇ ਕਹਿੰਦੇ ਵੀ ਸਾਰੇ ਜਹਾਨ ਦੀ ਸੁਧ ਜਿਹੜੀ ਇਹਦੇ ਅੰਦਰ ਗੁਰੂ ਨੇ ਦੇ ਦਿੱਤੀ ਆ। ਇਹ ਤੇ ਮੇਰੇ ਨਾਲ ਹੀ ਆਇਆ ਸੀ ਨਾ ਜੀ, ਤੇ ਕਹਿੰਦਾ ਮੇਰੇ ਨਾਲ ਆਉਣ ਦੇ ਨਾਲ ਇਹਨੂੰ ਤਿੰਨਾਂ ਭਵਨਾਂ ਦੀ ਸਾਰੇ ਜਗਤ ਦੀ ਸੁਧ ਕਰਾ ਦਿੱਤੀ, ਇਹਨੂੰ ਵੀ ਬਖਸ਼ਿਸ਼ ਮਿਲ ਗਈ ਹੈ। ਇਸ ਕੇ ਸਿਰ ਪਰ ਨਿਤ ਕਰ ਕੋ ਧਰ ਐਂਚੀ ਤੂਰਨ ਇਸ ਬਿਦ ਨਾਲ। ਕਾਲੂ ਨਾਥ ਨੇ ਉਸ ਬੱਚੇ ਦੇ ਸਿਰ ਤੇ ਹੱਥ ਰੱਖਿਆ ਜੀ, ਤੇ ਜਿਹੜੀ ਬਖਸ਼ਿਸ਼ ਆਪਣੇ ਕੋਲ ਸੀ ਉਸ ਬਖਸ਼ਿਸ਼ ਨਾਲ ਉਸ ਬੱਚੇ ਦੇ ਅੰਦਰੋਂ ਵੀ ਜਿੰਨੀ ਬਖਸ਼ਿਸ਼ ਤਾਕਤ ਸੀ ਉਹ ਸਾਰੀ ਖਿੱਚ ਲੈਣਾ ਕੀਤੀ। ਬੋਲ ਤੀਰ ਮੈਂ ਫੂਕਸ ਬਲਤੇ ਜਲ ਕੋ ਖਿਆਚ ਲੇਤ ਤਤਕਾਲ। ਜਿਵੇਂ ਕੋਈ ਤੀਲਾ ਹੋਵੇ ਨਾ ਪੋਲ ਵਾਲਾ, ਜਿਹਦੇ ਵਿੱਚ ਬਿਲਕੁਲ ਖਾਲੀ ਜਗ੍ਹਾ ਹੋਵੇ, ਤੇ ਉਹਦੇ ਰਾਹੀਂ ਕੋਈ ਪਾਣੀ ਫੂਕ ਦੇ ਨਾਲ ਪਿਛਾਂਹ ਨੂੰ ਅੰਦਰ ਨੂੰ ਸਾਹ ਨਾਲ ਖਿੱਚ ਲਈਦਾ। ਕਹਿੰਦੇ ਐਵੇਂ ਉਸ ਬਾਲਕ ਦੇ ਵਿੱਚੋਂ ਸਾਰੀ ਸ਼ਕਤੀ, ਸਾਰੀ ਤਾਕਤ ਉਹ ਕਾਲੂ ਨਾਥ ਨੇ ਖਿੱਚ ਲੈਣਾ ਕੀਤੀ। ਬਨ ਬੂਝਤ ਪਾ ਅਬਸਤ ਦੀਜੈ ਬਾਲਕ ਪਨਿਓ ਨਾ ਮੈਂ ਕੁਛ ਤੇ ਜਾਣ। ਫਿਰ ਪੁੱਛਦਾ, ਕਹਿੰਦਾ ਬਾਲਕਾ ਹੁਣ ਖਬਰ ਦੇ, ਹੁਣ ਤੈਨੂੰ ਕੀ ਖਬਰ ਹੈ? ਤੇ ਬਾਲਕ ਅੱਗੋਂ ਕਹਿੰਦਾ ਵੀ ਮੈਨੂੰ ਕੋਈ ਖਬਰ ਨਹੀਂ ਹੈ। ਸ਼੍ਰੀ ਹਰਗੋਬਿੰਦ ਦੇ ਵਿਚਾਰੀ ਸਸਕੇ ਅਰਹਮਦਈ ਮਹਾਨ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਖ ਰਹੇ ਨੇ ਤੇ ਵਿਚਾਰਦੇ ਨੇ, ਕਹਿੰਦੇ ਵੀ ਅਸੀਂ ਵੀ ਇਹਨੂੰ ਬਖਸ਼ਿਸ਼ ਦਿੱਤੀ, ਤੇ ਸਾਡੀ ਬਖਸ਼ਿਸ਼ ਦੇ ਸੈਂ ਤੋਂ ਜਿਹੜੀ ਬਾਲਕ ਦੇ ਕੋਲ ਬਖਸ਼ਿਸ਼ ਸੀ ਉਹ ਵੀ ਇਹਨੇ ਖੋਹ ਲਈ ਲੈ ਲੈਣਾ ਕੀਤੇ। ਢਾਲਨ ਘਾਲੀ ਸੰਗ ਰਹਿਓ ਨਾ ਅਬ ਪਰਖੈ ਨਿਸ਼ਚਾ ਇਸ ਥਾਨ। ਕਹਿੰਦੇ ਹੁਣ ਢਾਲ ਤੇ ਕੋਈ ਘਾਲੀ ਨਹੀਂ, ਸਾਡੇ ਪਾਸ ਰਿਹਾ ਨਹੀਂ, ਚਲੋ ਭਾਵਨਾ ਬਣਾ ਕੇ ਆਇਆ ਸੀ, ਅਸੀਂ ਬਖਸ਼ਿਸ਼ ਦੇ ਦਿੱਤੀ। ਤੇ ਕਹਿੰਦੇ ਹੁਣ ਬਾਲਕ ਦੀ ਵੀ ਲੈ ਰਹੀ, ਪਰ ਹੁਣ ਇਹਦਾ ਨਿਸ਼ਚਾ ਦੇਖਦੇ ਆਂ ਵੀ ਇਹਦਾ ਨਿਸ਼ਚਾ ਕੀ ਹੈ, ਇਸ ਤਾਕਤ ਦੇ, ਇਸ ਬਖਸ਼ਿਸ਼ ਦੇ ਲੈਣ ਦੇ, ਰੱਖਣ ਦੇ ਹੱਕਦਾਰ ਹੈ ਕਿ ਨਹੀਂ ਹੈ। ਬਖਸ਼ਿਸ਼ਾਂ ਗੁਰੂ ਬਾਬਾ ਦਿੰਦਾ ਹੈ, ਮਾਲਕ ਦਿੰਦਾ ਹੈ, ਪਰ ਉਹਨਾਂ ਬਖਸ਼ਿਸ਼ਾਂ ਨੂੰ ਲੈ ਕਰਕੇ ਪਿਆਰਿਓ ਪਾਤਰ ਵੀ ਬਣੀ, ਉਹਨਾਂ ਨੂੰ ਸੰਭਾਲਣ ਦੀ ਦਾਤ ਵੀ ਜੀਵਨ ਵਿੱਚ ਗੁਰੂ ਕੋਲੋਂ ਮੰਗਿਆ ਕਰੀਏ। ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹਦਾ ਨਿਸ਼ਚਾ ਵੀ ਦੇਖਦੇ ਹਾਂ। ਇੱਕ ਲੋਟਾ ਦਸ ਨਿਕਟ ਅਦਕ ਪ੍ਰੇ ਵਿਸ਼ੂ ਦੇਸ਼ ਤੇ ਸੁੰਦਰ ਆਨ। ਇਸੇ ਕਾਲੂ ਨਾਥ ਦੇ ਕੋਲ ਇੱਕ ਲੋਟਾ ਬੜਾ ਪਿਆਰਾ ਸੀ। ਕਿਸੇ ਸੇਵਕ ਨੇ ਭਾਵਨਾ ਦੀ ਸਹਿਤ ਬਹੁਤ ਕਿਤੇ ਦੂਰ ਦੇਸ਼ ਤੋਂ ਇਹ ਕਾਲੂ ਨਾਥ ਨੂੰ ਭੇਟਾ ਕੀਤਾ ਸੀ, ਬੜਾ ਇਹਨੂੰ ਪਿਆਰਾ ਸੀ। ਉਹ ਲੋਟਾ ਆਪਣੇ ਪਾਸ ਰੱਖਦਾ। ਸੋ ਸਤਿਗੁਰ ਤਬ ਜਾਚਨ ਕੀਨ ਸਹਮਕੋ ਦੇਹੋ ਪਨਿਓ ਇਹ ਤੇ ਚਾਰ। ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਮੁਸਕਰਾਉਂਦੇ ਆ, ਕਹਿੰਦੇ ਕਾਲੂ ਨਾਥ ਆ ਜਿਹੜਾ ਲੋਟਾ ਹੈ ਨਾ ਇਹ ਸਾਨੂੰ ਦੇ ਦੇ। ਲੋਟਾ ਬੜਾ ਪਿਆਰਾ ਹੈ, ਬੜਾ ਸੁੰਦਰ ਲੱਗ ਰਿਹਾ ਹੈ। ਕਹਿੰਦੇ ਇਹ ਲੋਟਾ ਜਿਹੜਾ ਸਾਨੂੰ ਦੇ ਦੇਣਾ ਕਰ। ਕਾਲੂ ਕਹਿਓ ਅਦਕ ਪ੍ਰੇ ਮੇਰੋ ਨਿਤ ਰਾਖੋ ਸਦ ਭਲੇ ਤੇ ਸੁਧਾਰ। ਕਾਲੂ ਨਾਥ ਕਹਿੰਦਾ ਵੀ ਸਤਿਗੁਰੂ ਇਹ ਜਿਹੜਾ ਲੋਟਾ ਮੈਨੂੰ ਬੜਾ ਹੀ ਪਿਆਰਾ ਹੈ, ਇਹ ਤੇ ਮੈਂ ਬੜੀ ਸੰਭਾਲ ਕਰਕੇ, ਸੁਧਾਰ ਕਰਕੇ ਹਰ ਸਮੇਂ ਆਪਣੇ ਪਾਸ ਰੱਖਦਾ ਹਾਂ। ਇਹ ਨਾ ਦਿਓ ਜਾਏ ਕਬ ਮੋਤੇ ਜੀਵਤ ਤਿਆਗ ਨਾ ਸਕੋ ਵਿਚਾਰ। ਕਹਿੰਦੇ ਇਹ ਤੇ ਮੇਰੇ ਕੋਲੋਂ ਦਿੱਤਾ ਨਹੀਂ ਜਾ ਸਕਦਾ,
ਜਿੰਨਾ ਚਿਰ ਮੈਂ ਜਿਉਣਾ ਹੈ ਉਹਨਾਂ ਚਿਰ ਮੈਂ ਇਹਨੂੰ ਵਿਸਾਰ ਨਹੀਂ ਸਕਦਾ, ਇਹਨੂੰ ਭੁਲਾ ਨਹੀਂ ਸਕਦਾ, ਆਪਣੇ ਤੋਂ ਦੂਰ ਨਹੀਂ ਕਰ ਸਕਦਾ। ਦੇਖੋ ਪਿਆਰਿਓ, ਕਈ ਵਾਰੀ ਜੀਵ ਇਸ ਤਰ੍ਹਾਂ ਦਾ ਦਿਲ ਵੀ ਬਣਾ ਲੈਂਦਾ ਹੈ ਜੀ, ਭਾਵੇਂ ਪੀਪਿਆਂ ਦੇ ਪੀਪੇ ਘਿਓ ਦੇ ਰੁੜ ਜਾਣ ਜੀ, ਟੀਨਾਂ ਦੇ ਟੀਨ, ਪਰਵਾਹ ਕੋਈ ਨਹੀਂ ਹੁੰਦੀ। ਤੇ ਜਦੋਂ ਕਿਤੇ ਮਮਤਾ ਵਿੱਚ ਆ ਜਾਏ ਜੀ, ਸਵਾਰਥ ਵਿੱਚ ਆ ਜਾਏ, ਤੇ ਇੱਕ ਆਪਣੇ ਹੱਥੋਂ ਲੋਟਾ ਛੱਡਣ ਨੂੰ ਵੀ ਤਿਆਰ ਨਹੀਂ ਹੁੰਦਾ ਜੀ। ਪਹਿਲਾਂ ਦੁੱਧ ਦੇ ਘੜੇ ਭਰ ਕੇ ਲਿਆਇਆ ਗੁਰੂ ਕੀ ਸੇਵਾ ਵਾਸਤੇ, ਬਖਸ਼ਿਸ਼ਾਂ ਲੈ ਲਈਆਂ। ਹੁਣ ਲੋਟੇ ਦੀ ਗੱਲ ਆਈ, ਗੁਰੂ ਬਾਬੇ ਨੇ ਆਪ ਮੰਗਿਆ ਤੇ ਕਹਿੰਦਾ ਨਹੀਂ ਜੀ, ਇਹ ਲੋਟਾ ਨਹੀਂ ਮੈਂ ਦੇ ਸਕਦਾ। ਇਹ ਤੇ ਕਹਿੰਦਾ ਇੰਨਾ ਮੈਨੂੰ ਪਿਆਰਾ ਵੀ ਮੈਂ ਦਿਨ ਰਾਤ ਆਪਣੇ ਪਾਸ ਹੀ ਰੱਖਦਾ ਹਾਂ। ਲੋਟੇ ਸਹਿਤ ਆਪ ਕੋ ਮੈਂ ਨਿਤ, ਇਹ ਬਖਸ਼ ਮੈਂ ਗੁਰੂ ਉਦਾ। ਕਹਿੰਦਾ ਲੋਟੇ ਦੇ ਸਹਿਤ ਸੱਚੇ ਪਾਤਸ਼ਾਹ, ਮੈਂ ਤੁਹਾਡਾ ਦਾਸ ਹਾਂ, ਸੇਵਕ ਹਾਂ, ਇਹ ਮੇਰੇ ਕੋਲ ਰਹਿਣ ਦਿਓ, ਇਹ ਨਹੀਂ ਮੈਂ ਦੇ ਸਕਦਾ। ਸ਼੍ਰੀ ਹਰਗੋਬਿੰਦ ਲੱਖ ਬਹੁ ਮਮਤਾ, ਹਮ ਨਾਥਨ ਕੋ ਨਾਥ ਬਣਾਏ। ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ ਵੀ ਇੰਨੀ ਮਮਤਾ, ਉਹ ਭਲਿਆ ਤੈਨੂੰ ਤੇ ਅਸੀਂ ਨਾਥਾਂ ਦਾ ਨਾਥ ਬਣਾਇਆ ਸੀ। ਮੈਂ ਤਾਂ ਰਹਿਓ ਪ੍ਰਥਮ ਸਮ ਹੁਜੇ, ਨਹੀਂ ਬਾਕ ਮਾਨਿਆ ਮਨ ਲਿਆ। ਕਹਿੰਦੇ ਵੀ ਤੂੰ ਨਾਥਾਂ ਦਾ ਨਾਥ ਨਹੀਂ ਰਿਹਾ, ਕਹਿੰਦੇ ਤੂੰ ਪਹਿਲਾਂ ਦੀ ਤਰ੍ਹਾਂ ਹੀ ਹੋ ਜਾਏਗਾ, ਤੂੰ ਸਾਡਾ ਬਚਨ ਨਹੀਂ ਮੰਨਣਾ ਕੀਤਾ। ਬਾਲ ਤੇ ਆਪ ਭਇਓ ਵੱਡ, ਤੋ ਕੋ ਪੀਨ ਉਚਿਤ ਇਸ ਭਾਏ। ਤੇ ਕਹਿੰਦੇ ਤੂੰ ਆਪ ਵੀ ਲੈ ਲਈ, ਬਾਲਕ ਦੀ ਬਖਸ਼ਿਸ਼ ਵੀ ਲੈ ਲਈ, ਇਸ ਵਾਸਤੇ ਕਹਿੰਦੇ ਤੂੰ ਇਹ ਬਖਸ਼ਿਸ਼ ਦੇ ਉਚਿਤ ਨਹੀਂ ਆ, ਤੂੰ ਯੋਗ ਨਹੀਂ ਆ, ਕਹਿੰਦੇ ਬਖਸ਼ਿਸ਼ ਤੇਰੇ ਕੋਲ ਨਹੀਂ ਹੋਣੀ ਚਾਹੀਦੀ। ਕਹਿ ਪੇ ਮਾਤਰ ਗੁਰੂ ਕੇ ਤਮਹੀ, ਕਾਲੂ ਹੋਇਓ ਸਹਿ ਸੁਭਾਏ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕਹਿਣ ਦੇ ਮਾਤਰ ਹੀ ਕਾਲੂ ਜਿਵੇਂ ਪਹਿਲਾਂ ਦਾ ਸੀ ਉਸੇ ਤਰ੍ਹਾਂ ਦਾ ਹੀ ਹੋ ਗਿਆ। ਗੁਰੂ ਕੋਲੋਂ ਬਖਸ਼ਿਸ਼ਾਂ ਲੈਣੀਆਂ ਤੇ ਪਿਆਰਿਓ, ਫਿਰ ਉਸੇ ਤਰ੍ਹਾਂ ਜੇ ਗੁਰੂ ਕੁਝ ਮੰਗਦਾ ਹੈ ਤੇ ਗੁਰੂ ਅੱਗੇ ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ। ਗੁਰੂ ਨੂੰ ਕੋਈ ਘਾਟਾ ਥੋੜ੍ਹਾ ਹੈ, ਪਰ ਕਈ ਵਾਰੀ ਸਾਡਾ ਨਿਸ਼ਚਾ ਹੀ ਗੁਰੂ ਦੇਖਦਾ ਹੈ ਵੀ ਇਹਦੇ ਅੰਦਰ ਮਮਤਾ ਹੈ ਕਿ ਜਾਂ ਗੁਰੂ ਤੇ ਵਾਕਈ ਸਿਦਕ ਇਹ ਭਾਵਨਾ ਇਹਦੇ ਅੰਦਰ ਹੈ। ਹੁਣ ਲੋਟੇ ਦੀ ਕੀ ਗੱਲ, ਗੁਰੂ ਨੂੰ ਕੋਈ ਲੋਟਿਆਂ ਦਾ ਘਾਟਾ ਸੀ ਜੀ? ਜਿਹੜਾ ਗੁਰੂ ਇੰਨੀਆਂ ਬਖਸ਼ਿਸ਼ਾਂ ਦੇ ਸਕਦਾ, ਨਾਥਾਂ ਦਾ ਨਾਥ ਬਣਾ ਸਕਦਾ ਹੈ, ਜਿਹੜਾ ਇੱਕ ਬਾਲਕ ਨੂੰ ਦੁੱਧ ਦੀ ਚੁਲੀ ਪਿਆ ਕੇ ਤਿੰਨਾਂ ਭਵਨਾਂ ਦੀ ਸੋਝੀ ਕਰਾ ਸਕਦਾ ਹੈ, ਉਸ ਗੁਰੂ ਨੂੰ ਕਿਤੇ ਲੋਟਿਆਂ ਦਾ ਘਾਟਾ ਸੀ ਜੀ? ਪਰ ਜਦੋਂ ਉਹ ਸਿਦਕ ਦੀ ਪਰਖ ਦੀ ਗੱਲ ਆਉਂਦੀ ਹੈ ਤੇ ਪਿਆਰਿਓ, ਗੁਰੂ ਦੀ ਪਰਖ ਤੇ ਗੁਰੂ ਦੀ ਕਸਵੱਟੀ ਤੇ ਕੋਈ ਵਿਰਲਾ ਉਤਰਦਾ ਹੈ। ਇਸੇ ਲਈ ਭਗਤ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਵੇ। ਮਾਲਕ ਦੀ ਕਸੌਟੀ ਨੂੰ ਉਹੀ ਸਹਾਰ ਸਕਦਾ ਜਿਹੜਾ ਜਿਉਂਦਿਆਂ ਜੀ ਆਪਾ ਭਾਵ ਵੱਲੋਂ ਮਰ ਜਾਏ, ਖਤਮ ਹੋ ਜਾਏ। ਨਹੀਂ ਤੇ ਪਿਆਰਿਓ, ਝੂਠੇ ਇਸ ਕਸਵੱਟੀ ਤੇ ਟਿਕਦੇ ਨਹੀਂ। ਇਹ ਜਦੋਂ ਕਸਵੱਟੀ ਮਾਲਕ ਲਾਉਂਦਾ ਹੈ ਨਾ ਜੀ, ਉਦੋਂ ਕਈ ਵਾਰੀ ਸਭ ਕੁਝ ਜੀਵਨ ਦੇ ਵਿੱਚੋਂ ਜਾਂਦਾ ਵੀ ਰਹਿੰਦਾ ਹੈ। ਤੇ ਜਿਹੜਾ ਕਸਵੱਟੀ ਤੇ ਇਹ ਖਰਾ ਉਤਰ ਜਾਂਦਾ ਨਾ, ਮਾਲਕ ਫਿਰ ਐਨ ਉਹਨੂੰ 12 ਵੰਨੀ ਦਾ ਤਾਹ ਦੇ ਦੇ ਕੇ ਖਰਾ ਕਰ ਦਿੰਦਾ ਹੈ। ਫਿਰ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਐਸੀਆਂ ਦਾਤਾਂ ਦਿੰਦਾ ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਦਿੰਦਾ ਹੈ। ਪਰ ਅਸੀਂ ਪਿਆਰਿਓ ਮਮਤਾ ਛੱਡਣ ਨੂੰ ਤਿਆਰ ਨਹੀਂ। ਗੁਰੂ ਕੋਲੋਂ ਬੜਾ ਕੁਝ ਮੰਗਦੇ ਹਾਂ, ਤੇ ਜੇ ਗੁਰੂ ਕਹੇ ਭਾਈ ਆ ਤੂੰ ਆਪਣਾ ਮਨ ਹੀ ਦੇ ਦੇ, ਆ ਸਰੀਰ ਹੀ ਦੇ ਦੇ, ਆ ਗੁਰੂ ਨੂੰ ਆਪਣਾ ਧਨ ਹੀ ਦੇ ਦੇ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ। ਅਸੀਂ ਕਹਿੰਦੇ ਨਾ ਨਾ ਜੀ, ਇਹ ਤਨ ਮੇਰਾ ਹੈ, ਇਹ ਮਨ ਮੇਰਾ ਹੈ, ਇਹ ਧਨ ਮੇਰਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹੀਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ, ਜੀ ਕੀ ਏਕੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਣੀ। ਗੁਰੂ ਪਾਤਸ਼ਾਹ ਮਹਾਰਾਜ ਨੂੰ ਸਮਰਪਿਤ ਹੋ ਕੇ ਰਹੀਏ। ਨਹੀਂ ਤੇ ਪਿਆਰਿਓ, ਜਿਹੜਾ ਦਾਤਾਂ ਦੇ ਸਕਦਾ ਨਾ ਜੀ, ਉਹਦੇ ਕੋਲ ਲੈਣ ਦੀ ਸਮਰੱਥਾ ਵੀ ਹੈ। ਮਤਾਂ ਕਿਤੇ ਉਹਦੀਆਂ ਦਾਤਾਂ ਨੂੰ ਲੈ ਕਰਕੇ ਭੁੱਲ ਜਾਈਏ। ਇਸੇ ਲਈ ਪਾਤਸ਼ਾਹ ਕਹਿੰਦੇ ਨੇ, ਪਿਆਰਿਆ ਯਾਦ ਕਰ ਚੇਤੇ ਕਰ, ਰਮਈਆ ਕੇ ਗੁਣ ਚੇਤ ਪੁਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਨਹਿ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰਿਆ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਤੈਨੂੰ ਜਨਮ ਤੋਂ ਲੈ ਕੇ ਮਰਨ ਤੱਕ, ਅੰਤ ਤੱਕ ਗੁਰੂ ਮਾਲਕ ਦੇ ਪਰਉਪਕਾਰ ਹੀ ਪਰਉਪਕਾਰ ਨੇ। ਉਹਦੇ ਧੰਨਵਾਦ ਵਿੱਚ ਸ਼ੁਕਰਾਨੇ ਅੰਦਰ ਜੁੜਨਾ ਚਾਹੀਦਾ ਹੈ। ਮਾਲਕ ਨੇ ਤਨ ਦਿੱਤਾ, ਸ਼ੁਕਰਾਨਾ ਕਰੀਏ।
ਮਾਲਕ ਨੇ ਪਰਿਵਾਰ ਦਿੱਤਾ, ਉਹਦਾ ਸ਼ੁਕਰਾਨਾ ਕਰੀਏ। ਮਾਲਕ ਨੇ ਸੋਹਣੇ ਮਹਲ ਦਿੱਤੇ ਨੇ, ਮਾਲਕ ਦਾ ਧੰਨਵਾਦ ਕਰੀਏ, ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਕਰੀਏ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਜੇਕਰ ਪਿਆਰਿਓ ਦਾਤ ਲੈ ਕੇ ਤੇ ਫਿਰ ਵੀ ਲਾਲਚ ਵਿੱਚ ਆ ਜਾਏ, ਫਿਰ ਵੀ ਮਮਤਾ ਵਿੱਚ ਆ ਜਾਏ, ਤੇ ਗੁਰੂ ਮਾਲਕ ਇੱਕ ਛਿਣ ਲਾਉਂਦੇ ਨੇ ਕਿ ਭਲਿਆ ਤੂੰ ਇਹ ਦਾਤ ਲੈਣ ਦੇ ਉਚਿਤ ਨਹੀਂ। ਕਾਲੂ ਨਾਥ ਜਿਹੜਾ ਸੀ ਜਿਵੇਂ ਦਾ ਪਹਿਲਾਂ ਸੀ ਉਵੇਂ ਦਾ ਹੀ ਰਹਿ ਜਾਣਾ ਕੀਤਾ। ਹਿਰਦੈ ਸੂਰਤ ਬੰਧਨ ਕਰਕੇ ਗਇਓ ਆਪਣੇ ਥਾਨ ਮਝਾ। ਉਹ ਸਮੇਂ ਆਪਣੇ ਆਪ ਨੂੰ ਘੂਰਦਾ ਪਛੋਤਾਵਾ ਕਰਦਾ ਹੋਇਆ ਗੁਰੂ ਮਾਲਕ ਨੂੰ ਨਮਸਕਾਰ ਕਰਕੇ ਆਪਣੇ ਡੇਰੇ ਨੂੰ ਚਲੇ ਜਾਣਾ ਕੀਤਾ। ਧਰੇ ਨਮਰਤਾ ਪ੍ਰਾਪਤ ਹੋਈ ਪੁਨ ਗੁਰ ਮਾਇਆ ਪ੍ਰਬਲ ਉਦਾਰ। ਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਮਾਇਆ ਪਿਆਰਿਓ ਬੜੀ ਪ੍ਰਬਲ ਹੈ। ਜੇ ਨਮਰਤਾ ਧਾਰਨ ਕੀਤੀ ਸੀ ਤੇ ਦਾਤ ਪ੍ਰਾਪਤ ਹੋਈ, ਤੇ ਜੇਕਰ ਹੰਕਾਰ ਵਿੱਚ ਆ ਗਿਆ, ਮਮਤਾ ਵਿੱਚ ਆ ਗਿਆ ਤੇ ਸਭ ਕੁਝ ਜਾਂਦਾ ਰਿਹਾ। ਪਰਮਾਇਓ ਨਾ ਸਮਝ ਸਕਿਓ ਮਨ ਇਸ ਏਮ ਕਾਲੂ ਕੀ ਗਾਥ ਵਿਚਾਰ। ਭਾਈ ਸਾਹਿਬ ਜੀ ਕਹਿੰਦੇ ਗੁਰੂ ਨੇ ਆਪ ਪਰਮਾਇਆ ਤੇ ਕਾਲੂ ਨਾਥ ਸਮਝ ਨਾ ਸਕਿਆ, ਇਸ ਕਰਕੇ ਇਉਂ ਕਾਲੂ ਨਾਥ ਦੀ ਗਾਥਾ ਨੂੰ ਵਿਚਾਰ ਨਾ ਕਰੋ। ਅਬਲਾ ਥਾਨ ਤਾਂ ਇਸ ਕੇਰਾ ਬਿਦਤ ਹੈ ਤਿਸ ਦੇਸ਼ ਮਝਾ। ਕਹਿੰਦੇ ਅੱਜ ਤੱਕ ਵੀ ਨਥਾਣੇ ਨਗਰ ਦੇ ਅੰਦਰ ਉਹਦਾ ਥਾਂ ਜਿਹੜਾ ਹੈ ਨਾ ਉਹ ਪ੍ਰਗਟ ਹੈ, ਸਾਰੇ ਦੇਸ਼ ਦੇ ਵਿੱਚ ਜਾਣਿਆ ਜਾਂਦਾ ਹੈ ਵੀ ਉਹ ਕਾਲੂ ਨਾਥ ਦਾ ਥਾਂ ਹੈ। ਦੋਹਰਾ ਧੀਵਰ ਕਾਲੂ ਔਰ ਹੈ ਤਿਸ ਕੀ ਕਥਾ ਨਾ ਜਾਨ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਜਿਹੜੀ ਗਾਥਾ ਹੋਈ ਹੈ ਕਾਲੂ ਨਾਥ ਦੀ ਗਾਥਾ ਹੋਈ ਹੈ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇੱਕ ਧੀਵਰ ਨਾਥ ਕਾਲੂ, ਕਹਿੰਦੇ ਇਹ ਜਿਹੜਾ ਧੀਵਰ ਕਿਹਾ ਜਾਂਦਾ ਹੈ ਝੀਵਰ ਨੂੰ, ਕਹਿੰਦੇ ਝੀਵਰ ਕਾਲੂ ਨਾਥ ਜਿਹੜਾ ਸੀ ਨਾ ਇਹ ਉਹਦੀ ਕਥਾ ਨਾ ਜਾਣਨਾ ਕਰੋ। ਉਹ ਝੀਵਰ ਕਾਲੂ ਨਾਥ ਅਲੱਗ ਹੈ, ਇਹ ਨਥਾਣੇ ਵਾਲਾ ਜਿਹੜਾ ਕਾਲੂ ਨਾਥ ਹੈ ਇਹ ਅਲੱਗ ਹੈ। ਜਿਹੜੀ ਨਿਮਰਤਾ ਨਾਲ ਗੁਰੂ ਕੀ ਬਖਸ਼ਿਸ਼ ਪਾਈ, ਫਿਰ ਮਮਤਾ ਤੇ ਹੰਕਾਰ ਨਾਲ ਸਭ ਕੁਝ ਜਾਂਦੀ ਰਹੀ, ਇਹ ਕਾਲੂ ਨਾਥ ਦੀ ਗਾਥਾ ਹੈ। ਜਿਹੜਾ ਝੀਵਰ ਕਾਲੂ ਨਾਥ ਹੈ ਕਹਿੰਦੇ ਉਹਦੀ ਕਥਾ ਹੀ ਨਹੀਂ ਹੈ। ਗ੍ਰਾਮਣ ਥਾਣੇ ਸੋ ਬਸੇ ਸੁਨ ਸਰੋਤਾ ਸਾਵਧਾਨ। ਕਹਿੰਦੇ ਹੇ ਸਰੋਤਾ ਜਣੋ ਸੁਣ ਕਰਕੇ ਸਾਵਧਾਨ ਹੋਣਾ, ਸਾਵਧਾਨਤਾ ਨਾਲ ਸੁਣਨਾ। ਇਹ ਤੇ ਨਥਾਣੇ ਜਿਹੜਾ ਨਗਰ ਹੈ ਉਸ ਨਗਰ ਦੀ ਗਾਥਾ ਹੈ। ਦੋਹਰਾ ਛੇ ਸਤਿਗੁਰ ਸੰਧਿਆ ਭਏ ਉੱਠੇ ਸਭਾ ਤੇ ਆਏ। ਇਧਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਸੰਧਿਆ ਹੋਈ ਹੈ ਤੇ ਸਭਾ ਦੇ ਵਿੱਚੋਂ ਉੱਠੇ ਹਨ। ਤੰਬੂ ਵਿਖੇ ਪ੍ਰਿਅੰਕ ਪਰ ਬੈਠੇ ਆਨੰਦ ਉਪਾਏ। ਫਿਰ ਸਤਿਗੁਰੂ ਜੀ ਤੰਬੂ ਦੇ ਵਿੱਚ ਪਲੰਗੇ ਤੇ ਬਿਰਾਜਮਾਨ ਹਨ। ਨਿਸ਼ਾਨੀ ਛੰਦ ਖਾਨ ਪਾਨ ਕਰ ਜਾਮਨੇ ਸੁਖਤੇ ਪਰਸੋਏ। ਖਾਨ ਪਾਨ ਕਰਕੇ ਰਾਤਰੀ ਦੇ ਸਮੇਂ ਵਿਸ਼ਰਾਮ ਕੀਤਾ ਹੈ। ਭਈ ਭੋਰ ਜਾਗੇ ਪ੍ਰਭੂ ਸਵਧਾਨੇ ਹੋਏ। ਸਵੇਰ ਹੋਈ ਹੈ, ਪਿਛਲ ਰਾਤਰੀ ਦੇ ਸਮੇਂ ਸਤਿਗੁਰੂ ਜੀ ਵਿਸ਼ਰਾਮ ਤੋਂ ਉੱਠੇ ਨੇ, ਸਾਵਧਾਨ ਹੋਏ ਹਨ। ਸੋਚ ਇਸ਼ਨਾਨ ਠਾਨ ਕਰ ਜਦ ਭਇਓ ਪ੍ਰਕਾਸ਼। ਸੋਚ ਇਸ਼ਨਾਨ ਕੀਤਾ ਹੈ, ਫਿਰ ਜਦੋਂ ਪ੍ਰਕਾਸ਼ ਹੋਇਆ ਹੈ। ਖੇਤ ਅਰੂਡਨ ਕੇ ਤੋ ਰੰਗ ਅਨਵਾਇਓ ਪਾਸਾ। ਸਵਾਰੀ ਕਰਨ ਵਾਸਤੇ ਸਤਿਗੁਰੂ ਨੇ ਆਪਣਾ ਘੋੜਾ ਮੰਗਵਾਉਣਾ ਕੀਤਾ। ਜੋਧ ਸਹਿਤ ਜੋਧਾ ਸਕਲ ਕਰ ਨਿਜ ਤਿਆਰੀ। ਭਾਈ ਜੋਧ ਰਾਏ ਜੀ ਦੇ ਸਹਿਤ ਸਾਰੇ ਜੋਧਿਆਂ ਨੇ ਆਪੋ ਆਪਣੀ ਤਿਆਰੀ ਕਰਕੇ ਜੀਨ ਪਵੰਗਾਂ ਪਾਏ ਕਰ ਠਾਨੀ ਅਸਵਾਰੀ। ਘੋੜੇ ਤੇ ਕਾਠੀਆਂ ਪਾ ਕਰਕੇ ਤਿਆਰੀ ਕੀਤੀ। ਦੰਦਪ ਬਾਜਤ ਸ਼ਬਦ ਬੜਹਤ ਗੁਰ ਚੰਡ ਚੱਲ। ਗੁਰੂ ਪਾਤਸ਼ਾਹ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਨੇ, ਉਸੇ ਤਰ੍ਹਾਂ ਕੂਚ ਦਾ ਨਗਾਰਾ ਵੱਜਿਆ ਹੈ, ਸਾਰਾ ਦਲ ਗੁਰੂ ਕਾ ਚੜਿਆ ਹੈ। ਕਰਦੇ ਬਿਰਦ ਅਖੇਰ ਕੋ ਹਨ ਮਿਰਗਨ ਵਿਸਾਲ। ਇਹ ਚੱਲਦਿਆਂ ਹੋਇਆਂ ਗੁਰੂ ਪਾਤਸ਼ਾਹ ਮਹਾਰਾਜ ਜੰਗਲ ਦੇ ਇਲਾਕੇ ਦੇ ਵਿੱਚ ਸ਼ਿਕਾਰ ਖੇਡਦੇ ਹੋਏ ਜਾ ਰਹੇ ਹਨ। ਕਰਤ ਬਤਕ ਬਹੁ ਜੋਧ ਮੁਖ ਹਾਸ ਬਿਲਾਸ। ਭਾਈ ਜੋਧ ਰਾਏ ਦੇ ਨਾਲ ਬਚਨ ਬਿਲਾਸ ਕਰਦੇ ਨੇ। ਐਸੇ ਬਚਨ ਬਿਲਾਸ ਕਰਦਿਆਂ ਕਦੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਮੁਸਕਰਾਉਂਦੇ ਨੇ, ਬੜੇ ਹਾਸ ਰਾਸ ਦੇ ਵੀ ਬਚਨ ਕਰਦੇ ਹਨ। ਕਾਂਗੜਪੁਰ ਪ੍ਰਾਪਤ ਪਇ ਉਤਰੇ ਤਿਸ ਪਾਸ। ਇਸੇ ਤਰ੍ਹਾਂ ਨਥਾਣੇ ਨਗਰ ਤੋਂ ਚੱਲ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਕਾਂਗੜਪੁਰ ਦੀ ਧਰਤੀ ਤੇ ਪਹੁੰਚੇ ਹਨ। ਆਵਤ ਪਇਓ ਪ੍ਰਿਅੰਕ ਬਾਰ ਤਤਕਾਲ ਦਸਾਇਓ। ਸੋਹਣਾ ਪਲੰਗਾ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਲਿਆਂਦਾ ਹੈ, ਸਤਿਗੁਰੂ ਜੀ ਦੇ ਵਾਸਤੇ ਲਾਉਣਾ ਕੀਤਾ। ਛੇ ਸਤਿਗੁਰ ਬੈਠੇ ਤਬੇ ਮੁਕਤੇ ਫਰਮਾਇਓ। ਤੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਬੈਠ ਕਰਕੇ ਮੁਖ ਤੋਂ ਬਚਨ ਕੀਤਾ। ਜੋਧ ਸ਼ਾਹ ਗਮਨੋ ਸਦਨਾ ਵਿਸਰਾਮ ਕਰੀਜਾ। ਕਹਿਣ ਲੱਗੇ ਜੋਧ ਰਾਏ ਜੀ ਜਾਓ ਘਰ ਵਿੱਚ ਜਾਣਾ ਕਰੋ, ਕੁਝ ਸਮਾਂ ਵਿਸਰਾਮ ਕਰੋ। ਮੇਰਾ ਸਕਲ ਪਰਿਵਾਰ ਸੁਖ ਸੁਖ ਸੋਨ ਸੁਖ ਲੀਜਾ। ਆਪਣੇ ਪਰਿਵਾਰ ਨੂੰ ਜਾ ਕਰਕੇ ਮਿਲਣਾ ਕਰੋ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਪਰਿਵਾਰ ਨੂੰ ਸੁਖ ਦੇਣਾ ਕਰੋ, ਸੁਖ ਲੈਣਾ ਕਰੋ। ਆਇਸ ਮਾਨੇ ਗਇਓ ਘਰ ਆਇ ਦਸਦਾਰਾ। ਗੁਰੂ ਕੀ ਆਗਿਆ ਮੰਨ ਕਰਕੇ ਭਾਈ ਜੋਧ ਰਾਏ ਜੀ ਘਰ ਗਏ। ਇਹਦੀ ਇਸਤਰੀ ਨੇ ਆਉਣਾ ਕੀਤਾ। ਲੱਗੇ ਘਾਵ ਗਨ ਤਨ ਵਿਖੇ ਪਤ ਸੂਰ ਨਿਹਾਰਾ। ਤੇ ਜਦੋਂ ਆਪਣੇ ਪਤੀ ਦੇਵ ਦੇ ਤਨ ਤੇ ਸਰੀਰ ਤੇ ਘਾਵ ਲੱਗੇ ਹੋਏ ਦੇਖੇ, ਜ਼ਖਮ ਲੱਗੇ ਹੋਏ ਦੇਖੇ, ਤੇ ਜਾਣਿਆ ਕਿ ਮੇਰਾ ਪਤੀ ਜੋਧ ਰਾਏ ਮਹਾਨ ਸੂਰਮਾ ਹੈ, ਜੰਗ ਦੇ ਵਿੱਚ ਜੂਝ ਕੇ ਆਇਆ ਹੈ, ਜੰਗ ਫਤਿਹ ਕਰਕੇ ਆਇਆ ਹੈ। ਇਹ ਗੁਰਸਿੱਖ ਦੀ ਧੀ ਹੈ। ਇਹਨੇ ਆਪਣੇ ਪਤੀ ਦੇਵ ਨੂੰ ਮਹਾਨ ਸੂਰਮਾ ਦੇਖਣਾ ਕੀਤਾ। ਜਾਣਿਆ ਭਇਓ ਸਹਾਇ ਗੁਰ ਏਤਕ ਰਣ ਘੱਲ। ਤੇ ਜਾਣਿਆ ਵੀ ਗੁਰੂ ਮਾਲਕ ਸਹਾਇਕ ਬਣੇ ਨੇ, ਇੰਨਾ ਵੱਡਾ ਜੰਗ ਹੋਇਆ ਹੈ। ਜੀਤ ਪਿਖਿਓ ਨਿਤ ਕੰਤ ਕੋ ਬਲ ਕਰੇ ਵਿਸਲ। ਤੇ ਆਪਣੇ ਪਤੀ ਦੇਵ ਨੂੰ ਜਿਉਂਦਿਆਂ ਦੇਖਿਆ ਹੈ, ਮਹਾਨ ਵੱਡਾ ਬਲ ਕਰਕੇ ਆਇਆ ਹੈ। ਤਾ ਬੁੱਝਿਓ ਸਭ ਕਹਿਤ ਭਾ ਗੁਰ ਸਮਨ ਦੂਜਾ। ਜਦੋਂ ਪੁੱਛਿਆ ਹੈ ਤੇ ਭਾਈ ਜੋਧ ਰਾਏ ਜੀ ਕਹਿੰਦੇ ਨੇ ਵੀ ਗੁਰੂ ਵਰਗਾ ਦੂਸਰਾ ਕੋਈ ਨਹੀਂ ਹੈ। ਸਕਲ ਕਲਾ ਸਮਰੱਥ ਬਲੀ ਸਗਰੇ ਜਗ ਪੂਜਾ। ਸਾਰੀਆਂ ਕਲਾਂ ਦੇ ਸਮਰੱਥ ਹੈ, ਬਲੀ ਬਹਾਦਰ ਹੈ, ਸਾਰੇ ਜਗਤ ਦੇ ਪੂਜਣ ਦੇ ਯੋਗ ਹੈ। ਜਹਾਂ ਜਥਾ ਠਾਨੇ ਤਥਾ ਮਾਨੇ ਗੁਰ ਆਨਾ। ਜਿਵੇਂ ਸਤਿਗੁਰੂ ਚਾਉਣ ਤਿਵੇਂ ਕਰ ਸਕਦੇ ਨੇ। ਸਾਰੇ ਦੇਵੀ ਦੇਵਤੇ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਨੂੰ ਮੰਨਦੇ ਨੇ, ਪੂਜਾ ਕਰਦੇ ਹਨ। ਵੱਡੇ ਭਾਗ ਹਮਰੇ ਭਏ ਮਿਲ ਕੇ ਸੁਖ ਨਨ। ਕਹਿੰਦਾ ਸਾਡੇ ਵੱਡੇ ਭਾਗ ਬਣੇ ਨੇ ਕਿ ਅਸੀਂ ਗੁਰੂ ਨਾਲ ਮਿਲ ਕਰਕੇ ਸੁਖ ਪ੍ਰਾਪਤ ਕੀਤਾ ਹੈ। ਫਤਿਹ ਪਜਸ ਕੋ ਲਿਓ ਗਨ ਤੁਰਕ ਖਪਾਏ। ਤੇ ਫਤਿਹ ਪਾ ਕਰਕੇ ਵੱਡਾ ਜਸ ਲਿਆ, ਬਹੁਤ ਸਾਰੇ ਤੁਰਕਾਂ ਨੂੰ, ਮਲੇਸ਼ੀਆ ਨੂੰ ਖਪਾ ਦਿੱਤਾ। ਕੌਣ ਕਰੇ ਅਸ ਜੰਗ ਕੋ ਲਸ਼ਕਰ ਬੜ ਆਏ। ਕੌਣ ਇਹੋ ਜਿਹਾ ਜੰਗ ਕਰ ਸਕਦਾ ਹੈ? ਬੜਾ ਵੱਡਾ ਦਲ ਚੜ ਕੇ ਆਇਆ ਸੀ। ਤੁਰਕ ਹੋਤੇ ਬਹੁ ਅਦਕ ਹੀ ਹਮ ਭੱਟ ਬਹੁਤ ਥੋਰੇ। ਉਹ ਤੁਰਕ ਲੋਕ ਬਹੁਤ ਵੱਡੀ ਤਾਦਾਦ ਵਿੱਚ ਸਨ ਤੇ ਅਸੀਂ ਬਹੁਤ ਥੋੜੇ ਸਾਂ। ਰਣ ਕਰ ਇਮ ਮਾਰੇ ਸਕਲ ਕਰ ਜੋਰਤ ਸ਼ੋਰ। ਤੇ ਜੰਗ ਕਰਕੇ ਉਹਨਾਂ ਨੂੰ ਮਾਰ ਦਿੱਤਾ ਤੇ ਜਿਹੜੇ ਹੱਥ ਜੋੜਨ ਲੱਗ ਪਏ ਉਹਨਾਂ ਨੂੰ ਛੱਡਣਾ ਕੀਤਾ। ਇਤਿਆਦਕ ਪੱਤੇ ਸੁਨੀ ਮਨ ਆਨੰਦ ਉਪਾਏ। ਇਤਿਆਦਕ ਜਦੋਂ ਆਪਣੇ ਪਤੀ ਦੇਵ ਭਾਈ ਜੋਧ ਰਾਏ ਜੀ ਦੇ ਕੋਲੋਂ ਗੁਰੂ ਘਰ ਦੀ ਗਾਥਾ ਸੁਣੀ, ਭਾਈ ਜੋਧ ਰਾਏ ਦੀ ਪਤਨੀ ਬੜੀ ਆਨੰਦਿਤ ਹੋਣਾ ਕੀਤੀ। ਬੂਜਤ ਅਨਕ ਅਕੋਰ ਲੈ ਸਤਗੁਰ ਟਿਕ ਆਏ। ਉਸ ਸਮੇਂ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਕੁਝ ਭੇਟਾਵਾਂ ਲੈ ਕਰਕੇ ਭਾਈ ਜੋਧ ਰਾਏ ਦੀ ਪਤਨੀ ਆਪਣੇ ਪਰਿਵਾਰ ਸਮੇਤ ਆਉਣਾ ਕੀਤੇ। ਦੋਨੋਂ ਹੱਥਨ ਜੋਰ ਕਰ ਪੱਗ ਧਰ ਪਰ ਮਾਥਾ। ਦੋਨੋਂ ਹੱਥ ਜੋੜ ਕੇ ਗੁਰੂ ਮਾਲਕ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕੀਤੀਆਂ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਨਾ ਕੀਤੇ। ਦਰਸ਼ਨ ਤੇ ਹਰਖਤ ਭਈ ਸ਼ਰਧਾ ਔਰ ਸਾਥਾ। ਬੜੀ ਸ਼ਰਧਾ ਦੇ ਸਹਿਬ ਦਰਸ਼ਨ ਕਰਦਿਆਂ ਹੋਇਆਂ ਬੜੀ ਪ੍ਰਸੰਨ ਹੋਈ ਹੈ। ਸਿੱਖ ਤਨ ਜਾ ਕੋ ਪ੍ਰੇਮ ਲਖ ਬਰ ਗੁਰੂ ਬਖਾਨਾ। ਇਹ ਸਿੱਖ ਦੀ ਧੀ ਜਾਣ ਕੇ ਤੇ ਪ੍ਰੇਮ ਨੂੰ ਦੇਖ ਕੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਵਰ ਦੇਣਾ ਕੀਤਾ। ਰਹੋ ਸੁਹਾਗਨ ਲੋਕ ਜੁਗ ਭੋਗੋ ਸੁਖ ਠਾਨਨ। ਕਹਿਣ ਲੱਗੇ ਧੀਏ ਦੋਨਾਂ ਲੋਕਾਂ ਦੇ ਮਹਾਨ ਸੁਖ ਭੋਗਣਾ ਕਰੇ, ਸੁਆਗ ਭਾਗ ਵਾਲੀ ਰਹਿਣਾ ਕਰੇ। ਗੁਰ ਸਿੱਖੀ ਮਨ ਰਹੇ ਪੁਰਵ ਔਰ ਆਸ਼ਾ। ਤੇਰਾ ਸਦਾ ਗੁਰ ਸਿੱਖੀ ਦੇ ਵਿੱਚ ਮਨ ਟਿਕਿਆ ਰਹਿਣਾ ਕਰੇ, ਤੇਰੇ ਮਨ ਦੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋਣ। ਸੰਕਟ ਨਾਨਾ ਭਾਤ ਕੇ ਤੁਮ ਤੇ ਹੋਏ ਨਾਸ਼ਾ। ਤੇ ਭਾਂਤ ਭਾਂਤ ਦੇ ਸੰਕਟ ਦੁੱਖ ਤੇਰੇ ਜੀਵਨ ਵਿੱਚੋਂ ਘਰ ਵਿੱਚੋਂ ਨਾਸ ਹੋਣਾ ਕਰਨ। ਗੁਰ ਪ੍ਰਸਾਨ ਜਾਣਤ ਭਾਈ ਮਮ ਕੰਤ ਰਜਾਏ। ਗੁਰੂ ਮਾਲਕ ਨੂੰ ਪ੍ਰਸੰਨ ਜਾਣਿਆ ਵੀ ਮੇਰੇ ਕੰਤ ਮੇਰੇ ਪਤੀ ਜੋਧ ਰਾਏ ਨੇ ਗੁਰੂ ਨੂੰ ਪ੍ਰਸੰਨ ਕੀਤਾ ਹੈ, ਗੁਰੂ ਦੀ ਸੇਵਾ ਕਰਕੇ ਰਿਝਾਇਆ ਹੈ। ਔਰ ਪ੍ਰਮੋਦ ਕੋ ਪਾਏ ਕਾ ਸ਼ਬ ਦਰਸ਼ਨ ਪਾਏ। ਹਿਰਦੇ ਅੰਦਰ ਬੜੀ ਭਾਰੀ ਪ੍ਰਸੰਨਤਾ ਕਰਕੇ ਗੁਰੂ ਕੇ ਦਰਸ਼ਨ ਪ੍ਰਾਪਤ ਕੀਤੇ। ਪ੍ਰਭ ਜੀ ਹਮ ਸੇਵਕ ਹੈ ਤੁਮ ਹੋ ਰਖਵਾਰੇ। ਬੇਨਤੀ ਕੀਤੀ ਸੱਚੇ ਪਾਤਸ਼ਾਹ ਸੀ ਤੁਹਾਡੇ ਸੇਵਕ ਹਾਂ, ਤੁਸੀਂ ਸਦਾ ਹੀ ਸਾਡੇ ਰਖਵਾਲੇ ਹੋ। ਇਹੋ ਵਡਾਈ ਦਾਸ ਕੋ ਰਾਵਰ ਵਿਵਹਾਰ। ਤੇ ਸਦਾ ਹੀ ਆਪਣੇ ਦਾਸਾਂ ਨੂੰ ਵਡਿਆਈ ਦਿੰਦੇ ਹੋ। ਕਾਰਨ ਕਰਨ ਸਮਰੱਥ ਹੋ ਜਮ ਚਾਹੋ ਬਣਾਓ। ਆਪ ਸਾਰੇ ਕਾਰਜਾਂ ਦੇ ਕਰਨ ਵਿੱਚ ਸਮਰੱਥ ਹੋ, ਜਿਵੇਂ ਚਾਹੋ ਬਣਾ ਸਕਦੇ ਹੋ। ਚਰਨ ਕਮਲ ਚਿਤ ਮੈਂ ਬਸੈ ਨਾ ਕਬੋਂ ਭੁਲਾਓ। ਬਸ ਕਿਰਪਾ ਕਰੋ, ਰਹਿਮਤ ਕਰੋ, ਸਾਡਾ ਚਿੱਤ ਤੁਹਾਡੇ ਚਰਨਾਂ ਕਮਲਾਂ ਵਿੱਚ ਵਸੇ। ਮਾਲਕਾ ਕਿਰਪਾ ਕਰਿਓ, ਰਹਿਮਤ ਕਰਿਓ, ਸਾਨੂੰ ਕਦੀ ਵਿਸਾਰਿਓ ਨਾ, ਸਾਡੇ ਅੰਦਰੋਂ ਤੁਹਾਡੀ ਕਦੀ ਯਾਦ ਨਾ ਵਿਸਰ ਨਾ ਕਰੇ। ਪੁੰਨ ਪ੍ਰਣਾਮ ਕਰ ਧਾਮ ਕੋ ਡੋਰੇ ਚੜ ਆਏ। ਫਿਰ ਗੁਰੂ ਮਾਲਕ ਦੇ ਚਰਨਾਂ ਤੇ ਨਮਸਕਾਰ ਕਰਕੇ ਡੋਲੇ ਵਿੱਚ ਸਵਾਰ ਹੋ ਕੇ ਵਾਪਸ ਆਈ ਹੈ। ਇਸ ਕੀ ਸੇਵਾ ਸਕਲ ਹੀ ਸਭ ਬਿਤ ਪਹੁੰਚਾਈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਡੇਰੇ ਦੀ ਸੇਵਾ
ਹਰ ਪ੍ਰਕਾਰ ਦੇ ਨਾਲ ਗੁਰੂ ਕੇ ਦਲ ਦੀ ਸੇਵਾ ਭਾਈ ਜੋਧ ਰਾਏ ਜੀ ਦੇ ਘਰ ਵਿੱਚੋਂ ਜਾਣਾ ਕੀਤੀ। ਮਧੁਰ ਤੁਰਸ਼ ਖਟ ਦਰਸ਼ਨ ਕੇ ਬਹੁ ਪਠੇ ਆਹਾਰ। ਕੀ ਮਿੱਠੇ ਕੀ ਤੁਰਸੇ ਛੇ ਰਸਾਂ ਦੇ ਪਦਾਰਥ ਬਣਾ ਕਰਕੇ ਭੇਜਣਾ ਕੀਤੇ। ਐਨ ਹੇਤਰਨ ਹਰਤ ਗਨ ਪਹੁੰਚੇ ਤਬ ਭਾਰ। ਤੇ ਘੋੜਿਆਂ ਵਾਸਤੇ ਹਰਿਆ ਹਰਿਆ ਘਾਹ ਬਹੁਤ ਸੁੰਦਰ ਭੇਜਣਾ ਕੀਤਾ। ਕਰਤ ਸਰਾਹ ਸਤਿਗੁਰੂ ਸ਼ਬਦ ਰਚਿਓ ਆਹਾਰ। ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨਾਲੇ ਭੋਜਨ ਛਕਦੇ ਨੇ, ਨਾਲੇ ਭਾਈ ਜੋਧ ਰਾਏ ਦੇ ਘਰ ਦੀ ਸਲਵਤਾ ਕਰਦੇ ਨੇ ਕਿ ਬੜੇ ਪ੍ਰੇਮ ਨਾਲ ਭੋਜਨ ਬਣਾਏ ਹਨ। ਤਿਬਤੇ ਪਾਨੀ ਪਾਨ ਕਰ ਪੁਨ ਪਾਨ ਪਖਾਰ। ਗੁਰੂ ਪਾਤਸ਼ਾਹ ਮਹਾਰਾਜ ਜਲ ਛਕ ਕੇ ਤ੍ਰਿਪਤ ਹੋਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹਸਤ ਕਮਲ ਧੋਤੇ ਹਨ। ਸ਼ਬਦ ਜਥਾ ਸੁਖ ਜਾਮਨੇ ਜਾਗੇ ਦਬ ਜਾਮੂ। ਤੇ ਰਾਤਰੀ ਦੇ ਸਮੇਂ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਵਿਸ਼ਰਾਮ ਕੀਤਾ ਹੈ। ਸੌਚ ਇਸ਼ਨਾਨੇ ਠਾਨ ਕਾ ਬਿਤ ਆਤਮ ਰਾਮੂ। ਪ੍ਰਭਾਤ ਵੇਲੇ ਉੱਠ ਕਰਕੇ ਇਸ਼ਨਾਨ ਪਾਣ ਕੀਤਾ, ਸੁਚੇਤ ਹੋਏ। ਭਇ ਪ੍ਰਭਾਤ ਪ੍ਰਕਾਸ਼ ਤਬ ਸ਼ਬ ਬਸਤਰ ਸਜਾਏ। ਸਵੇਰ ਹੋਈ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਸਤਰ ਬਸਤਰ ਸਜਾਏ ਹਨ। ਸ਼ਸਤਰ ਸੇ ਪ੍ਰਕਟ ਧਾਰ ਕੇ ਬਨ ਸਭਾ ਲਗਾਏ। ਸ਼ਸਤਰ ਬਸਤਰ ਧਾਰਨ ਕਰਕੇ ਸਭਾ ਲਾਈ ਹੈ। ਗੁਰ ਕੀ ਗ੍ਰਾਮਨ ਅਨਕ ਹੀ ਸੁਨ ਸੰਗਤ ਆਏ। ਗੁਰੂ ਕੀ ਸਿੱਖ ਸੰਗਤ ਨਗਰਾਂ ਦੀ ਸੁੰਦਰ ਭੇਟਾਵਾਂ ਲੈ ਕੇ ਆਈ ਹੈ। ਮਾਲਕ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ, ਨਾਮ ਬਾਣੀ ਦਾ ਕੀਰਤਨ ਸੁਣਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਮਹਾਨ ਇਸ ਸਭਾ ਦੇ ਵਿੱਚ ਸੋਭਾ